ਡੀਅਰ ਸਟੂਡੈਂਟਸ, ਸਾਡਾ ਅੱਜ ਦਾ ਟੌਪਿਕ ਆ ਬੇਟਾ ਰੈਕਟੀਫਾਇਰ। ਠੀਕ ਆ। ਪੀਐਨ ਜੰਕਸ਼ਨ ਡਾਇਓਡ ਦੇ ਬੇਸਿਕ ਫੰਡੇ ਆਪਾਂ ਪੜ੍ਹ ਚੁੱਕੇ ਹਾਂ। ਫਾਰਵਰਡ ਬਾਇਸ, ਰਿਵਰਸ ਬਾਇਸ ਦੇ ਸਾਰੇ ਕਰੈਕਟਰਿਸਟਿਕ ਕਰਵ ਬਣਾ ਚੁੱਕੇ ਹਾਂ ਆਪਾਂ। ਰੈਕਟੀਫਾਇਰ ਜਿਹੜਾ ਇਹ ਬਹੁਤ ਅੱਛਾ ਟੌਪਿਕ ਆ। ਠੀਕ ਆ। 3 ਮਾਰਕ ਦੇ ਕੁਐਸਚਨ ਆਏ, ਦੋ ਰੈਕਟੀਫਾਇਰ, ਇੱਕ ਹਾਫ ਵੇਵ ਤੇ ਇੱਕ ਫੁੱਲ ਵੇਵ। ਇਹ ਦੋਨੋਂ 3 ਨੰਬਰ ਦੇ ਵਿੱਚ ਤੁਹਾਨੂੰ ਆਉਂਦੇ ਆ। ਔਰ ਤੁਹਾਨੂੰ ਇਹ ਗੱਲ ਮੈਂ ਪਹਿਲਾਂ ਹੀ ਦੱਸੀ ਹੋਈ ਆ ਵੀ ਇਸ ਚੈਪਟਰ 'ਚ ਵੱਡਾ ਕੁਐਸਚਨ ਹੈ ਨਹੀਂ ਬੇਟਾ, ਛੋਟੇ ਕੁਐਸਚਨ ਆ। ਠੀਕ ਆ। ਮੈਕਸੀਮਮ 3 ਮਾਰਕ ਦਾ ਕੁਐਸਚਨ ਆ। ਉਸ ਹਿਸਾਬ ਦੇ ਨਾਲ ਆਪਾਂ ਇਹਦੀ ਤਿਆਰੀ ਕਰੀਏ। ਤਾਂ ਰੈਕਟੀਫਾਇਰ ਜਿਹੜਾ ਆ ਇਹ ਹੁੰਦਾ ਕੀ ਆ, ਪਹਿਲਾਂ ਤੇ ਇਹ ਦੇਖੋ। ਰੈਕਟੀਫਾਇਰ ਇੱਕ ਇਦਾਂ ਦੀ ਡਿਵਾਈਸ ਆ, ਇਲੈਕਟ੍ਰੋਨਿਕ ਡਿਵਾਈਸ ਆ। ਕਿਹੜੀ ਡਿਵਾਈਸ ਆ ਬੇਟਾ? ਇਲੈਕਟ੍ਰੋਨਿਕ। ਹੁਣ ਜਦੋਂ ਡਾਇਓਡ ਟਰਾਂਜਿਸਟਰ ਯੂਜ਼ ਹੋਣ ਲੱਗ ਜਾਣ ਨਾ, ਠੀਕ ਹੈ ਨਾ, ਜਦੋਂ ਸੈਮੀ ਕੰਡਕਟਰ ਡਿਵਾਈਸਿਸ ਯੂਜ਼ ਹੋਣ ਲੱਗ ਜਾਣ, ਤਾਂ ਫਿਰ ਜਿਹੜੀਆਂ ਡਿਵਾਈਸਿਸ ਹੁੰਦੀਆਂ ਉਹਨਾਂ ਨੂੰ ਬੋਲਦਾ ਮੈਂ ਇਲੈਕਟ੍ਰੋਨਿਕ ਡਿਵਾਈਸਿਸ। ਕਿਹੜੀਆਂ ਡਿਵਾਈਸਿਸ ਬੋਲਦਾ? ਇਲੈਕਟ੍ਰੋਨਿਕ ਡਿਵਾਈਸਿਸ। ਤਾਂ ਬੇਟਾ ਰੈਕਟੀਫਾਇਰ ਇੱਕ ਇਦਾਂ ਦੀ ਇਲੈਕਟ੍ਰੋਨਿਕ ਡਿਵਾਈਸ ਆ। ਦੇਖੋ ਮੈਂ ਗੱਲ ਕਰੀ ਇਲੈਕਟ੍ਰੋਨਿਕ ਦੀ, ਇਲੈਕਟ੍ਰੀਕਲ ਦੀ। ਇਲੈਕਟ੍ਰੀਕਲ ਡਿਵਾਈਸਿਸ ਜਿਨ੍ਹਾਂ 'ਚ ਬੈਟਰੀਜ਼ ਲੱਗੀਆਂ ਹੋਣ, ਰੈਜ਼ਿਸਟੈਂਸ ਲੱਗੀਆਂ ਹੋਣ, ਕੈਪੈਸਿਟਰ ਲੱਗਿਆ ਹੋਵੇ। ਠੀਕ ਆ। ਨੋਰਮਲੀ ਤਿਆਰ ਕੀਤੇ ਹੋਏ, ਕੰਡਕਟਰ ਨਾਲ ਤਿਆਰ ਕੀਤੀਆਂ ਹੋਈਆਂ ਡਿਵਾਈਸਿਸ ਆ। ਤੇ ਜਦੋਂ ਸੈਮੀ ਕੰਡਕਟਰ ਨਾਲ ਤਿਆਰ ਕੀਤੀਆਂ ਹੋਈਆਂ ਡਿਵਾਈਸਿਸ ਯੂਜ਼ ਹੋਣਗੀਆਂ, ਠੀਕ ਆ, ਤਾਂ ਉਹਨਾਂ ਡਿਵਾਈਸਿਸ ਨੂੰ ਬੋਲੂੰਗਾ ਮੈਂ ਇਲੈਕਟ੍ਰੋਨਿਕ ਡਿਵਾਈਸਿਸ। ਕਲੀਅਰ ਆ? ਇਲੈਕਟ੍ਰੋਨਿਕ ਸਰਕਿਟ ਸਾਰੇ ਟੈਕਨੀਕਲ ਸਰਕਿਟ ਹੁੰਦੇ ਆ। ਮੋਬਾਈਲ ਦੇ ਸਰਕਿਟ ਇਲੈਕਟ੍ਰੋਨਿਕ ਆ, ਕੰਪਿਊਟਰ ਇਲੈਕਟ੍ਰੋਨਿਕ ਆ, ਲੈਪਟਾਪ ਤੁਹਾਡਾ ਇਲੈਕਟ੍ਰੋਨਿਕ ਆ। ਠੀਕ ਆ। ਛੋਟੀਆਂ ਛੋਟੀਆਂ ਐਲਈਡੀਜ਼ ਜਿਹੜੀਆਂ ਤੁਸੀਂ ਲਿਆਉਣੇ ਆ, ਜਾਂ ਟਿਊਬਲਾਈਟ ਲੱਗੀ ਹੈ, ਐਲਈਡੀ ਲੱਗੀ ਹੈ ਰੂਮ ਦੇ ਵਿੱਚ, ਐਲਈਡੀ ਜਿਹੜੀ ਆ ਉਹ ਇਲੈਕਟ੍ਰੋਨਿਕ ਡਿਵਾਈਸ ਆ। ਠੀਕ ਆ। ਆ ਮੈਂ ਕੰਨ 'ਚ ਲਾਇਆ ਹੋਇਆ, ਇਹ ਇਲੈਕਟ੍ਰੋਨਿਕ ਡਿਵਾਈਸ। ਕਹਾਣੀ ਸਮਝ ਆ ਰਹੀ ਕਿ ਨਹੀਂ ਆ ਰਹੀ? ਠੀਕ ਆ। ਕੁਝ ਪਾਰਟ ਦਾ ਇਲੈਕਟ੍ਰੀਕਲ ਹੋ ਸਕਦਾ, ਪਰ ਕਿਉਂਕਿ ਜਦੋਂ ਪਾਰਟ ਨੂੰ ਛੋਟਾ ਕਰਨਾ ਨਾ, ਠੀਕ ਆ ਨਾ, ਉਦੋਂ ਇਲੈਕਟ੍ਰੋਨਿਕਸ ਆ ਜਾਂਦੀ ਆ। ਧਿਆਨ ਨਾਲ ਸੁਣਿਓ ਗੱਲ ਨੂੰ, ਨੈਨੋ ਟੈਕਨੋਲੋਜੀ ਬੋਲਦੇ ਆ। ਖੈਰ, ਰੈਕਟੀਫਾਇਰ ਇੱਕ ਇਦਾਂ ਦੀ ਡਿਵਾਈਸ, ਇਲੈਕਟ੍ਰੋਨਿਕ ਡਿਵਾਈਸ ਆ ਜਿਹੜੀ ਏਸੀ ਦੀ ਡੀਸੀ ਬਣਾਉਂਦੀ ਆ। ਬੜੀ ਜ਼ਬਰਦਸਤ ਚੀਜ਼। ਅਲਟਰਨੇਟਿੰਗ ਕਰੰਟ ਦਾ ਡਾਇਰੈਕਟ ਕਰੰਟ ਕੌਣ ਬਣਾਉਂਦਾ? ਰੈਕਟੀਫਾਇਰ। ਲਿਖ ਦਿਓ, ਇਟ ਇਜ਼ ਐਨ ਇਲੈਕਟ੍ਰੋਨਿਕ device, electronic device used to convert alternating current ब्रैकेट च पा लो AC into direct current ब्रैकेट च पा लियो DC। अल्टरनेटिंग करंट का डायरेक्ट करंट बनाती है। इट इज एन इलैक्ट्रॉनिक डिवाइस यूज टू कन्वर्ट कर दी है किनू? AC नू DC च कन्वर्ट कर दी है। हो गया याद? ओके। इनू बोलते हैं असी रैक्टीफायर। हुण रैक्टीफायर 2 तरह के आ। ठीक है ना। एक गल दस देना, जिहड़ा प्रोसैस है इस कन्वर्जन का उन्होंने बोलते रैक्टिफिकेशन। एरो ला के लिख लो। The process of conversion of AC into DC is called as rectification। इनू मैं rectification बोलूंगा, जे किते लोड होवे तुसी यूज कर लियो। is called as rectification। रट्टाफिकेशन ना लिखी जाओ, रेक्टिफिकेशन है। किते को सर रट्टाफिकेशन की भी डेफिनेशन दिंदे आ। दिस इज रेक्टिफिकेशन। AC दी DC बनाती। अल्टरनेटिंग करंट किदां दा हुंदा? आ वाला। ते डायरेक्ट करंट किदां दा हुंदा? जिहड़ा या कल्ला पॉजिटिव चले ते या कल्ला नैगेटिव चले, थल्ले रवे, एक ही डायरेक्शन चले, ਉਹਨੂੰ DC बोलते हैं। एक डायरेक्शन चले, ਉਹਦੀ डायरेक्शन ना बदले। AC इदां इदां चलदी सी, पढ़ाया होया तुहानू। ठीक है। DC एक ही डायरेक्शन रखदी सी अपनी, कदे भी नहीं सी बदलदी। ਤਾਂ ਅਲਟਰਨੇਟਿੰਗ ਕਰੰਟ ਦਾ ਡਾਇਰੈਕਟ ਕਰੰਟ ਬਣਾਉਣਾ। ਆ ਜਾਓ। ਹੁਣ ਰੈਕਟੀਫਾਇਰ 2 ਤਰ੍ਹਾਂ ਦੇ ਲਿਖ ਦਿਓ। ਥੀਸ ਆਰ ਆਫ 2 ਟਾਈਪਸ। ਦ ਰੈਕਟੀਫਾਇਰਸ ਆਰ ਆਫ 2 ਟਾਈਪਸ। ਇਦਾਂ ਲਿਖ ਲਿਓ, ਆ ਰੈਕਟੀਫਾਇਰ, ਇਹ 2 ਤਰ੍ਹਾਂ ਦੇ ਆ, 2 ਟਾਈਪਸ ਆ। ਪਹਿਲਾ ਲਿਖ ਲਓ ਇਧਰ ਵਾਲੇ ਪਾਸੇ, ਹਾਫ ਵੇਵ ਰੈਕਟੀਫਾਇਰ। ਦੂਜਾ ਲਿਖ ਲਓ ਇਧਰ फुल वेव रेक्टिफायर। हाफ वेव रेक्टिफायर, फुल वेव रेक्टिफायर। हाफ वेव रेक्टिफायर एंड फुल वेव रेक्टिफायर लिख लो।
हो गया। हुण आपां पढ़ना की अज आपां पढ़ना हैगा हाफ वेव रैक्टीफायर। पहला नंबर लिखांगे, साडा पहला टॉपिक अज दा हाफ वेव रैक्टीफायर। हुण एक गल तां क्लीयर होगी भी एसी दी की बननी है, एसी दी बननी है डीसी। जे दो तरह के रैक्टीफायर है मतलब डीसी दो तरह की बनती है, एसी एंटर करवाई डीसी बाहर निकली। हाफ वेव रैक्टीफायर ते फुल वेव रैक्टीफायर, ठीक है, दो तरह की डीसी बनती है, बस आही फंडा, होर कोई फंडा है, ठीक है। तो बेटा लिखो नेक्स्ट टॉपिक साडा हाफ वेव रैक्टीफायर, न्यू टॉपिक है साडा, 3 नंबर का 3 मार्क्स दे विच इंपॉर्टेंट है। हाफ नंबर 1 पा लियो, हाफ वेव rectifier, this is the new topic, half wave rectifier। तो हाफ वेव रैक्टीफायर बेटा एक इदां दी डिवाइस आ जिहड़ी अद्धी वेव दा रैक्टिफिकेशन करदी है। हाफ वेव रैक्टीफायर एक इदां दी डिवाइस है जिहड़ी हाफ वेव दा रैक्टिफिकेशन करदी है। हाफ वेव दा मतलब की हुंदा, हाफ वेव अद्धी वेव, ठीक है। कंप्लीट वेव दा यानी कि सारी एसी दी कंप्लीट वेव दी डीसी नहीं बनाउंदी, ਉਹਦੀ ਅੱਧੀ ਵੇਵ ਦੀ ਡੀਸੀ ਬਣਾਉਂਦੀ। ਕਹਿਣ ਦਾ ਮਤਲਬ ਇਹ ਲਿਖ ਦਿਓ, ਇਟ ਇਜ਼ ਅ ਰੈਕਟੀਫਾਇਰ, ਇਟ ਇਜ਼ ਅ ਰੈਕਟੀਫਾਇਰ it is a rectifier which converts one half, it is a rectifier which converts one half of input AC, which converts one half of input AC into DC, while the other half is wasted। ਜਿਹੜਾ ਬਚਿਆ ਹੋਇਆ ਹਾਫ ਆ ਉਹਨੂੰ ਵੇਸਟ ਕਰ ਦਿੱਤਾ ਜਾਂਦਾ, while the other half is wasted, ਬਚਿਆ ਹੋਇਆ ਹਾਫ ਨੂੰ ਵੇਸਟ ਕਰ ਦਿੱਤਾ ਜਾਂਦਾ, ਠੀਕ ਆ, ਮਤਲਬ ਖਤਮ ਹੋ ਜਾਂਦਾ, ਉਹਦੀ ਲੋੜ ਨਹੀਂ ਸਾਨੂੰ, ਠੀਕ ਆ। ਇਹ ਸਾਡਾ ਰੈਕਟੀਫਾਇਰ ਆ, ਹਾਫ ਵੇਵ ਰੈਕਟੀਫਾਇਰ। ਅੱਧੀ ਵੇਵ ਦਾ ਰੈਕਟੀਫਿਕੇਸ਼ਨ ਕਰਦਾ, ਐ ਕਹਿ ਲਓ, ਤਾਂ ਅੱਧੀ ਵੇਵ ਨੂੰ ਵੇਸਟ ਕਰਦਾ। ਹੁਣ ਸਰਕਿਟ ਕਿੱਦਾਂ ਦਾ ਹੁੰਦਾ ਇਹਦਾ, ਪ੍ਰਿੰਸੀਪਲ ਕੀ ਹੈ ਇਹਦਾ, ਪਹਿਲਾਂ ਪ੍ਰਿੰਸੀਪਲ ਲਿਖ ਲਓ, ਫਿਰ ਆਪਾਂ ਇਹਦਾ ਸਰਕਿਟ ਵੀ ਲਿਖ ਲਾਂਗੇ। ਸਟਾਰਟ ਕਿੱਥੋਂ ਕੀਤਾ ਸੀ, ਇੱਦਾਂ ਲਿਖਿਆ ਸੀ ਨਾ, ਇਟ ਇਜ਼ ਅ ਰੈਕਟੀਫਾਇਰ, ਇਟ ਇਜ਼ ਅ ਰੈਕਟੀਫਾਇਰ, ਠੀਕ ਹੈ। ਤਾਂ ਇਹ ਹਾਫ ਵੇਵ ਰੈਕਟੀਫਾਇਰ ਆ, ਅੱਧੀ ਵੇਵ ਦਾ ਰੈਕਟੀਫਿਕੇਸ਼ਨ ਕਰਦਾ। ਪ੍ਰਿੰਸੀਪਲ ਲਿਖੋ ਵੀ ਇਹਦਾ, ਪ੍ਰਿੰਸੀਪਲ ਦੇਖੋ, ਮੈਂ ਤੁਹਾਨੂੰ ਇਹ ਗੱਲ ਪੜ੍ਹਾ ਚੁੱਕਿਆ ਕਿ ਫਾਰਵਰਡ ਬਾਇਸ ਜਦੋਂ ਹੁੰਦਾ, ਪੀਐਨ ਜੰਕਸ਼ਨ ਡਾਇਓਡ ਦੋ ਤਰੀਕੇ ਨਾਲ ਜੋੜਿਆ ਜਾਂਦਾ, ਇੱਕ ਫਾਰਵਰਡ ਬਾਇਸ ਚ, ਇੱਕ ਰਿਵਰਸ ਬਾਇਸ ਚ। ਜਦੋਂ ਪੀਐਨ ਜੰਕਸ਼ਨ ਡਾਇਓਡ ਨੂੰ ਫਾਰਵਰਡ ਜੋੜਿਆ ਜਾਂਦਾ ਤਾਂ ਉਹ ਕਰੰਟ ਸੌਖਾ ਲੰਘਾ ਦਿੰਦਾ, ਠੀਕ ਹੈ, ਰੈਜ਼ਿਸਟੈਂਸ ਨਹੀਂ ਆਫਰ ਕਰਦਾ ਸਰਕਿਟ ਦੇ ਵਿੱਚ, ਠੀਕ ਹੈ। ਜੋ ਰਿਵਰਸ ਬਾਇਸ ਚ ਹੁੰਦਾ ਤਾਂ ਉਹ ਲਾਰਜ ਰੈਜ਼ਿਸਟੈਂਸ ਆਫਰ ਕਰਦਾ, ਕਰੰਟ ਚੱਲਣ ਨਹੀਂ ਦਿੰਦਾ। ਇਹ ਦੋ ਰੂਲ ਆ, ਮਤਲਬ ਕਹਿੰਦਾ ਰਿਵਰਸ ਬਾਇਸ ਚੋਂ ਕਰੰਟ ਚੱਲਣ ਨਹੀਂ ਦਿੰਦਾ, ਫਾਰਵਰਡ ਬਾਇਸ ਚੋਂ ਈਜ਼ੀਲੀ ਕਰੰਟ ਫਲੋ ਕਰਵਾ ਦਿੰਦਾ। ਫਾਰਵਰਡ ਬਾਇਸ ਚੋਂ ਘੱਟ ਰੈਜ਼ਿਸਟੈਂਸ ਆਫਰ ਕਰਦਾ, ਥੋੜੀ ਰੈਜ਼ਿਸਟੈਂਸ ਆਫਰ ਕਰਦਾ, ਤੇ ਰਿਵਰਸ ਬਾਇਸ ਦੇ ਵਿੱਚ ਉਹ ਲਾਰਜ ਰੈਜ਼ਿਸਟੈਂਸ ਕਰੰਟ ਦੇ ਫਲੋ ਨੂੰ ਆਫਰ ਕਰਦਾ। ਇਹੀ ਪ੍ਰਿੰਸੀਪਲ ਆ, ਲਿਖ ਦਿਓ। ਪ੍ਰਿੰਸੀਪਲ ਦੇ ਵਿੱਚ ਲਿਖ ਦਿਓ, ਪੀਐਨ ਜੰਕਸ਼ਨ ਡਾਇਓਡ ਆਫਰਸ ਅ ਸਮਾਲ ਰੈਜ਼ਿਸਟੈਂਸ ਇਨ ਫਾਰਵਰਡ ਬਾਇਸ, ਪੀਐਨ ਜੰਕਸ਼ਨ ਡਾਇਓਡ ਆਫਰਸ a small PN junction diode offers a small resistance to the flow of current in forward bias and offers large resistance in reverse bias। फॉरवर्ड बायस च रेजिस्टेंस ज्यादा ऑफर घट ऑफर करदा, स्मॉल रेजिस्टेंस, ते रिवर्स बायस च
ਲਾਰਜ ਰੈਜ਼ਿਸਟੈਂਸ ਆਫਰ ਕਰਦਾ। ਇਹ ਸਾਡਾ ਪ੍ਰਿੰਸੀਪਲ ਆ, ਉਹੀ ਚੀਜ਼ ਜਿਹੜੀ ਪਹਿਲਾਂ ਪੜ੍ਹ ਚੁੱਕੇ ਆ, ਨਵਾਂ ਕੁਛ ਨਹੀਂ ਇਹਦੇ ਵਿੱਚ। ਸਮਝ ਆ ਰਹੀ ਸਾਰਿਆਂ ਨੂੰ? ਕਿਸੇ ਵੀ ਬੱਚੇ ਨੂੰ ਕੋਈ ਸ਼ੱਕ? ਕੰਟੀਨਿਊ ਕਰਾਂ। ਹੁਣ ਆਪਣੇ ਕੋਲ ਇਹਦਾ ਸਰਕਿਟ ਡਾਇਗਰਾਮ, ਠੀਕ ਆ, ਔਰ ਸਰਕਿਟ ਡਾਇਗਰਾਮ ਬਣਾਉਣ ਤੋਂ ਬਾਅਦ ਇਹਦੀ ਵਰਕਿੰਗ ਐਂਡ ਥਿਓਰੀ ਸਾਰਾ ਮੈਂ ਇੱਕ ਹੀ ਇਕੱਠਾ ਹੀ ਲਿਖਵਾ ਦੂੰਗਾ, ਠੀਕ ਆ। ਮਤਲਬ ਕਹਿਣ ਦਾ ਵੀ ਇਹਦੇ ਸਟੈਪ ਕੀ ਆ, ਪ੍ਰਿੰਸੀਪਲ ਲਿਖ ਲਿਆ, ਡਾਇਗਰਾਮ ਬਣਾ ਲਿਆ, ਉਸ ਤੋਂ ਬਾਅਦ ਡਾਇਗਰਾਮ ਦੀ ਥੋੜੀ ਬਹੁਤੀ ਕੰਸਟਰਕਸ਼ਨ ਆਪਾਂ ਲਿਖਾਂਗੇ, ਠੀਕ ਆ, ਵੀ ਕਿੱਦਾਂ ਬਣਾਇਆ ਹੈ, ਹਲਕਾ ਫੁਲਕਾ ਗੱਲ ਲਿਖਾਂਗੇ, ਜ਼ਿਆਦਾ ਉਹ ਤੇ ਟਾਈਮ ਨਹੀਂ ਵੇਸਟ ਕਰਨਾ, ਠੀਕ ਆ। ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਉਹ ਬਾਹਲਾ ਲਿਖਣ ਦੀ ਲੋੜ ਨਹੀਂ, ਠੀਕ ਆ। ਔਰ ਉਸ ਤੋਂ ਬਾਅਦ ਇਹਦੀ ਵਰਕਿੰਗ ਪ੍ਰੋਪਰ ਕਰਾਂਗੇ ਆਪਾਂ, ਠੀਕ ਹੈ। ਆ ਜਾਓ। ਹੁਣ ਇਹ ਗੱਲ ਤਾਂ ਤੁਹਾਡੇ ਯਾਦ ਹੀ ਆ ਕਿ ਫਾਰਵਰਡ ਬਾਇਸ ਦੇ ਵਿੱਚ ਰੈਜ਼ਿਸਟੈਂਸ ਘੱਟ ਆਫਰ ਹੁੰਦੀ ਤੇ ਰਿਵਰਸ ਬਾਇਸ ਰੈਜ਼ਿਸਟੈਂਸ ਜ਼ਿਆਦਾ ਆਫਰ ਹੁੰਦੀ, ਕਰੰਟ ਚੱਲਦਾ ਨਹੀਂ, ਠੀਕ ਹੈ। ਲਿਖਿਓ, ਐਰੋ ਲਾ ਕੇ ਲਿਖਾਂਗੇ ਸਰਕਿਟ ਡਾਇਗਰਾਮ। ਹਾਂਜੀ, ਸਰਕਿਟ ਡਾਇਗਰਾਮ। ਹੁਣ ਸਰਕਿਟ ਡਾਇਗਰਾਮ ਕਿੱਦਾਂ ਦਾ ਹੁੰਦਾ? ਅਸੀਂ ਏਸੀ ਅਪਲਾਈ ਕਰਨੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਏਸੀ ਜਿਹੜੀ ਆ, ਠੀਕ ਆ, ਏਸੀ ਮੰਨ ਲਓ ਵੀ ਸਾਨੂੰ ਘਰ ਦੇ ਵਿੱਚ ਸਾਨੂੰ 220 ਵੋਲਟ ਮਿਲੀ। ਕਿੰਨੇ ਵੋਲਟ ਆਉਂਦੀ ਹੈ ਘਰ ਦੇ ਵਿੱਚ? 220 ਵੋਲਟ। ਤੁਸੀਂ ਨਾਰਮਲੀ ਤੁਹਾਡਾ ਜਿਹੜਾ ਹੈਗਾ ਮੋਬਾਈਲ, ਉਹਨੂੰ ਚਾਰਜ ਤੇ ਲਾਉਂਦੇ ਆ ਕਿ ਨਹੀਂ ਲਾਉਂਦੇ? ਤਾਂ ਉਹਦੇ ਮੂਹਰੇ ਅਡੈਪਟਰ ਲੱਗਿਆ ਹੁੰਦਾ। ਲੈਪਟਾਪ ਹੁੰਦਾ, ਉਹਦੇ ਮੂਹਰੇ ਅਡੈਪਟਰ ਲੱਗਿਆ ਹੁੰਦਾ, ਬਿਕੋਜ਼ ਉਹਦੇ ਵਿੱਚ ਬੈਟਰੀ ਆ, ਔਰ ਬੈਟਰੀ ਨੇ ਡੀਸੀ ਤੇ ਜਿਹੜਾ ਹੈਗਾ, ਡੀਸੀ ਯਾਨੀ ਕਿ ਡਾਇਰੈਕਟ ਕਰੰਟ ਦੇ ਨਾਲ ਜਿਹੜੇ ਚਾਰਜ ਹੋਣਾ, ਠੀਕ ਆ। ਬੈਟਰੀ ਨੇ ਡੀਸੀ ਨਾਲ ਚਾਰਜ ਹੋਣਾ, ਏਸੀ ਨਾਲ ਨਹੀਂ ਚਾਰਜ ਹੋਣਾ। ਕਹਾਣੀ ਸਮਝ ਆ ਰਹੀ ਮੇਰੀ ਕਿ ਨਹੀਂ ਆ ਰਹੀ? ਤਾਂ ਉਹ ਅਡੈਪਟਰ ਇਹੀ ਕੰਮ ਕਰਦਾ, ਉਹ ਇਲੈਕਟ੍ਰੋਨਿਕ ਸਰਕਿਟ ਆ। ਉਹ ਚ ਕੌਣ ਲੱਗਿਆ? ਉਹ ਚ ਰੈਕਟੀਫਾਇਰ ਲੱਗਿਆ। ਓਕੇ, ਖੈਰ ਹੁਣ ਕੰਸਟਰਕਸ਼ਨ ਚ ਕੀ ਕਰਨਾ ਆਪਾਂ? ਉਹਦੇ ਵਿੱਚ ਇੱਕ ਛੋਟਾ ਜਿਹਾ ਟਰਾਂਸਫਾਰਮਰ ਲਾਉਣਾ ਜ਼ਰੂਰੀ ਆ। ਹਰੇਕ ਅਡੈਪਟਰ ਚ ਲੱਗਿਆ ਹੁੰਦਾ ਏ, ਠੀਕ ਆ। ਨਿੱਕਾ ਜਿਹਾ ਟਰਾਂਸਫਾਰਮਰ ਲਾਉਣਾ ਜ਼ਰੂਰੀ ਆ। ਉਹ ਟਰਾਂਸਫਾਰਮਰ ਕੰਮ ਕੀ ਕਰੂਗਾ? ਉਹ ਤੁਹਾਡੀ 220 ਵੋਲਟ ਜਿਹੜੀ ਆ, 220 ਵੋਲਟ ਨੂੰ ਉਹ ਘਟਾਊਗਾ। ਫੋਰ ਐਗਜ਼ਾਮਪਲ ਮੰਨ ਲਓ ਵੀ ਤੁਹਾਨੂੰ ਪਤਾ ਟਰਾਂਸਫਾਰਮਰ ਪੜਾਇਆ ਨਾ, ਟਰਾਂਸਫਾਰਮਰ ਕੀ ਕੰਮ ਕਰਦਾ? ਏਸੀ ਦੀ ਏਸੀ ਰਹਿਣ ਦਿੰਦਾ, ਡੀਸੀ ਨਹੀਂ ਬਣਾਉਂਦਾ, ਪਰ ਉਹਦੀ ਵੋਲਟੇਜ ਡਾਊਨ ਕਰ ਦਿੰਦਾ ਜਾਂ ਵੋਲਟੇਜ ਅਪ ਚੱਕ ਦਿੰਦਾ। 220 ਦੀ 10 ਬਣਾਉਣੀ ਆ ਤਾਂ ਟਰਾਂਸਫਾਰਮਰ ਯੂਜ਼ ਕਰਾਂਗੇ। ਹੁਣ 10 ਵੋਲਟ ਏਸੀ ਦੀ 10 ਵੋਲਟ ਡੀਸੀ ਬਣ ਸਕਦੀ ਹੈ। ਮੇਰੀ ਗੱਲ ਫੋਲੋ ਕਰ ਰਹੇ? ਆਪਣਾ ਮੋਬਾਈਲ 5 ਵੋਲਟ ਤੇ ਚਾਰਜ ਹੁੰਦਾ, 5 ਵੋਲਟ ਤੇ ਮੈਨੂੰ ਲੱਗਦਾ ਚਾਰਜ ਹੁੰਦਾ, 5-6 ਵੋਲਟ ਹੁੰਦਾ, ਇਦਾਂ ਦਾ ਕੁਛ ਹੁੰਦਾ, 5 ਐਂਪੀਅਰ ਹੁੰਦਾ, ਕੁਛ 7-8 ਵੋਲਟ ਹੁੰਦਾ, ਕੁਛ ਇਦਾਂ ਦਾ, ਠੀਕ ਆ। ਤੁਸੀਂ ਚੈੱਕ ਕਰ ਸਕਦੇ ਆ। ਤਾਂ ਖੈਰ ਕੰਮ ਦੀ ਗੱਲ ਤੇ ਉਹ, ਮੇਰਾ ਮਤਲਬ ਇਹ ਵੋਲਟੇਜ ਬਹੁਤ ਡਾਊਨ ਹੁੰਦੀ ਆ। ਉਹ ਵੋਲਟੇਜ ਕਿਹਨੇ ਡਾਊਨ ਕੀਤੀ? ਇੱਕ ਟਰਾਂਸਫਾਰਮਰ ਨੇ। ਤਾਂ ਪਹਿਲਾਂ ਤਾਂ ਟਰਾਂਸਫਾਰਮਰ ਨੈਸੈਸਰੀ ਆ ਸਰਕਿਟ ਦੇ ਵਿੱਚ। ਤਾਂ ਮੈਂ ਡਾਇਗਰਾਮ ਬਣਾਉਣ ਲੱਗਿਆ, ਉਹ ਸਭ ਤੋਂ ਪਹਿਲਾਂ ਅਸੀਂ ਟਰਾਂਸਫਾਰਮਰ ਲਗਾਇਆ। ਹੁਣ ਟਰਾਂਸਫਾਰਮਰ ਮੈਂ ਕੰਪਲੀਟ ਤਾਂ ਲਾ ਨਹੀਂ ਸਕਦਾ, ਮੈਂ ਸਿਰਫ 2 ਕੋਇਲਾਂ ਬਣਾਉਂਗਾ, ਇੱਕ ਪ੍ਰਾਇਮਰੀ ਕੋਇਲ, ਇੱਕ ਸੈਕੰਡਰੀ ਕੋਇਲ। ਓਕੇ, ਬਣਾ ਦੋ। ਆ ਟਰਾਂਸਫਾਰਮਰ, ਇਹਦੀ ਕੋਇਲ ਆ ਇੱਕ ਕੋਇਲ। ਇਸ ਕੋਇਲ ਦੇ ਵਿੱਚ ਨੰਬਰ ਆਫ ਟਰਨ ਮੈਂ 5-6 ਬਣਾ ਦਿੰਦਾ। ਦੂਜੀ ਕੋਇਲ 'ਚ ਘੱਟ ਬਣਾਵਾਂਗੇ, ਥੋੜੀਆਂ ਟਰਨ ਬਣਾਵਾਂਗੇ। ਇਹ 'ਚ ਜਿਹਦਾ 3 ਤੇ 3 6 ਹੋ ਗਈਆਂ, ਠੀਕ ਆ। ਇੱਥੇ ਏਸੀ ਇਨਪੁਟ ਕਰਵਾਵਾਂਗੇ, ਇਨਪੁਟ ਏਸੀ, ਇੱਥੇ ਇਨਪੁਟ ਏਸੀ ਆ, ਠੀਕ ਆ। ਇੱਥੇ ਲਿਖ ਵੀ ਦਿੰਦਾ ਇਨਪੁਟ ਏਸੀ, ਅਸੀਂ ਇੱਥੇ ਅਪਲਾਈ ਕਰੀ। ਹੁਣ ਇਹ ਇੰਡਕਟਿਵਲੀ ਕਪਲਡ ਆ। ਇਹਦੀ ਇੰਡਕਟਿਵਲੀ ਕਪਲਡ ਦਾ ਮਤਲਬ ਇਹਦੀ ਕਪਲਿੰਗ ਕੀਤੀ ਹੋਈ ਆ। ਕਪਲਿੰਗ ਦਾ ਮਤਲਬ ਕੀ ਹੁੰਦਾ? ਮੈਂ ਪੜ੍ਹਾ ਚੁੱਕਿਆ ਤੁਹਾਨੂੰ ਵੈਸੇ ਪਹਿਲਾਂ ਵਾਲੇ ਚੈਪਟਰਸ ਦੇ ਵਿੱਚ, ਕਿ ਅਸੀਂ ਇੱਕ ਕੋਇਲ ਦੇ ਉੱਪਰ ਦੂਜੀ ਕੋਇਲ ਲਪੇਟੀ ਆ, ਜਾਂ ਅਸੀਂ ਆਮਣੇ ਸਾਹਮਣੇ ਰੱਖੇ, ਜਿੱਦਾਂ ਵੀ, ਉਹ ਕਪਲਿੰਗ ਬੋਲਦੇ ਆ। ਹੋ ਸਕਦਾ ਇਹਦੇ ਉੱਪਰ ਹੀ ਲਪੇਟੀ ਹੋਵੇ। ਆਹ ਟਰਾਂਸਫਾਰਮਰ ਦੀ ਦੂਜੀ ਕੋਇਲ ਆ। ਦੂਸਰੀ ਕੋਇਲ ਦੇ ਵਿੱਚ ਨੰਬਰ ਆਫ ਟਰਨ ਮੈਂ ਘੱਟ ਕਰਤੀਆਂ, 1 2 3 4 ਬਹੁਤ ਆ। ਕਿਉਂ ਬਈ? 4 ਟਰਨ ਬਹੁਤ ਆ। ਉਹ 'ਚ 6 ਸੀ। ਸਟੈਪ ਡਾਊਨ ਟਰਾਂਸਫਾਰਮਰ ਆ ਸਾਡਾ। ਅੰਡਰਸਟੈਂਡਿੰਗ ਹੋ ਰਹੀ ਹੈ ਸਟੈਪ ਡਾਊਨ ਦੀ? ਜ਼ਰੂਰੀ ਵੀ ਹੈ ਸਟੈਪ ਡਾਊਨ ਲਾਉਣਾ, ਕਿਉਂਕਿ ਏਸੀ ਤਾਂ 220 ਮਿਲਣੀ ਸਾਨੂੰ ਘਰੇ, 200 ਮਿਲ ਜੂਗੀ, 180 ਮਿਲ ਜੂ, ਇਸ ਤੋਂ ਘੱਟ ਨਹੀਂ ਮਿਲਦੀ, ਠੀਕ ਆ। ਅਸੀਂ ਉਹਨੂੰ ਡਾਊਨ ਜਾਣਾ। ਆ ਜਾਓ। ਹੁਣ ਇਸ ਤੋਂ ਬਾਅਦ ਅਗਲੀ ਗੱਲ, ਅਗਲਾ ਕੰਮ ਕੀ ਕਰਨਾ? ਇੱਥੇ ਇੱਕ ਡਾਇਓਡ ਲਗਾਵਾਂਗੇ। ਕੀ ਲਗਾਵਾਂਗੇ? ਉੱਪਰ ਵਾਲੇ ਸਰਕਿਟ ਦੇ ਵਿੱਚ ਇੱਥੇ ਇੱਕ ਡਾਇਓਡ ਲਗਾ ਲਓ। ਡਾਇਓਡ ਉੱਪਰ ਵਾਲੇ ਸਰਕਿਟ 'ਚ ਡਾਇਓਡ ਲਗਾ ਦਿਓ। ਤੇ ਡਾਇਓਡ ਨੂੰ ਲੋਡ ਰੈਜ਼ਿਸਟੈਂਸ RL ਦੇ ਨਾਲ ਕਨੈਕਟ ਕਰਕੇ ਇੱਧਰ ਲਿਆਂਦਾ। ਇਹ ਲੋਡ ਰੈਜ਼ਿਸਟੈਂਸ ਕੀ ਹੁੰਦੀ? ਧਿਆਨ ਨਾਲ ਸੁਣੋ। ਵੀ ਮੰਨ ਲਓ ਵੀ ਖਾਲੀ 'ਚ ਪਾਣੀ ਇਕੱਠਾ ਕਰਨਾ ਹੋਵੇ, ਸਮਝ ਆ ਰਹੀ ਗੱਲ? ਖਾਲੀ 'ਚ ਪਾਣੀ ਚੱਲਦਾ, ਮੈਂ ਇਕੱਠਾ ਕਰਨਾ, ਤਾਂ ਮੈਂ ਕੀ ਕਰਦਾ? ਮੈਂ ਉਹਦੇ ਵਿੱਚ ਇੱਕ ਇੱਟ ਸਿੱਟ ਦਿੰਦਾ।
खाली च, ठीक है। ਉਹ ਜਿਹੜੀ ਇੱਟ ਆ ਜਿੱਥੇ ਪਈ ਹੋਈ ਉੱਥੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਣਾ, ਵੀ ਸਹੀ ਹੈ। ਮਤਲਬ ਵਾਟਰ ਦਾ ਕਲੈਕਸ਼ਨ ਉੱਥੇ ਹੋਣਾ ਸ਼ੁਰੂ ਹੋ ਜਾਣਾ। ਸਮਝ ਆ ਰਹੀ ਗੱਲ? ਇੱਥੇ ਵੋਲਟੇਜ ਦਾ ਕਲੈਕਸ਼ਨ ਕਰਨਾ ਵਾਟਰ ਦੀ ਥਾਂ ਤੇ ਵੋਲਟੇਜ ਦਾ ਕਲੈਕਸ਼ਨ ਉੱਥੇ ਹੋਊਗਾ ਸਰਕਿਟ ਜਿੱਥੇ ਇੱਟ ਆਊਗੀ, ਮਤਲਬ ਜਿੱਥੇ ਰੁਕਾਵਟ ਆਊਗੀ। ਪਾਣੀ ਉੱਥੇ ਇਕੱਠਾ ਹੋਇਆ ਜਿੱਥੇ ਰੁਕਾਵਟ ਆਈ, ਖਾਲੀ ਦੇ ਵਿੱਚ ਪਾਣੀ ਉੱਥੇ ਇਕੱਠਾ ਹੋਇਆ। ਨਾਲੀ ਜਿਹੜੀ ਹੁੰਦੀ ਹੈ ਪਾਣੀ ਵਾਲੀ, ਕੁਛ ਮਰਜ਼ੀ ਮੰਨ ਲਓ, ਪਾਈਪ ਲਾ ਲਓ, ਜੋ ਮਰਜ਼ੀ ਲਾ ਲਓ, ਆਪਾਂ ਗੱਲ ਕਰਦੇ ਹਾਂ ਇੱਕ ਸਿੰਪਲ, ਠੀਕ ਆ। ਉਹਦੇ ਵਿੱਚ ਪਾਣੀ ਉੱਥੇ ਰੁਕੂਗਾ ਜਿੱਥੇ ਇੱਟ ਪਈ ਹੋਈ, ਜਿੱਥੇ ਰੁਕਾਵਟ ਪਈ ਹੋਈ, ਤੇ ਇਹਦੇ ਵਿੱਚ ਕਰੰਟ ਉੱਥੇ ਰੁਕੂਗਾ ਜਿੱਥੇ ਰੁਕਾਵਟ ਪਈ ਹੋਈ। ਮਤਲਬ ਡ੍ਰੌਪ ਵੋਲਟੇਜ ਦਾ ਉੱਥੇ ਹੋਊਗਾ ਜਿੱਥੇ ਰੁਕਾਵਟ ਪਈ ਹੋਈ। ਇਹ ਗੱਲਾਂ ਆਪਾਂ ਸੈਕੰਡ ਯੂਨਿਟ 'ਚ ਵੀ ਕਰ ਚੁੱਕੇ ਹਾਂ। ਜਿੱਥੇ ਰੁਕਾਵਟ ਹੋਊਗੀ ਉੱਥੇ ਡ੍ਰੌਪ ਹੋਊਗਾ। ਹੁਣ ਰੁਕਾਵਟ ਵਾਲੀ ਦੋ ਚੀਜ਼ਾਂ, ਇੱਕ ਸਾਡੇ ਕੋਲ ਡਾਇਓਡ, ਦੂਜੀ ਸਾਡੇ ਕੋਲ ਲੋਡ ਰੈਜ਼ਿਸਟੈਂਸ। ਸਮਝ ਆ ਰਹੀ ਗੱਲ? ਜਿਹੜੀ ਲੋਡ ਰੈਜ਼ਿਸਟੈਂਸ ਹੈ ਇਹਦੇ ਅਕ੍ਰੋਸ ਮੈਂ ਵੋਲਟਮੀਟਰ ਲਗਾਤਾ ਔਰ ਉਹ ਵੋਲਟਮੀਟਰ ਮੈਨੂੰ ਰੀਡਿੰਗ ਦੇਊਗਾ। ਦਿਸ ਇਜ਼ ਆਊਟਪੁੱਟ ਡੀਸੀ। ਆਊਟਪੁੱਟ ਡੀਸੀ, ਇੱਥੇ ਮੈਨੂੰ ਆਊਟਪੁੱਟ ਡੀਸੀ ਮਿਲੂਗੀ। ਇਸ ਰੈਜ਼ਿਸਟੈਂਸ ਦੇ ਅਕ੍ਰੋਸ ਮੈਨੂੰ ਆਊਟਪੁੱਟ ਡੀਸੀ ਮਿਲੂਗੀ। ਇਹ ਆਊਟਪੁੱਟ ਡੀਸੀ ਹੈ, ਇਹ ਮੇਰਾ ਸਰਕਿਟ ਆ। ਓਕੇ, ਆ ਡਾਇਓਡ ਦਾ ਨਾਮ ਹੈ ਡੀ ਰੱਖਤਾ, ਇੱਕ ਇਹਦਾ ਪੀ ਸੈਕਸ਼ਨ, ਦੂਜਾ ਇਹਦਾ ਐਨ ਸੈਕਸ਼ਨ। ਬੈਟਰੀ ਇੱਥੇ ਕੋਈ ਨਹੀਂ, ਪਰ ਆ ਏਸੀ ਲਾਈ ਆ। ਆ ਦੋ ਟਰਮੀਨਲ ਲਗਾਓ, ਆ ਪੁਆਇੰਟ ਲਗਾ ਲੇ ਮੈਂ, ਆ ਪੁਆਇੰਟ ਏ, ਇਸ ਪੁਆਇੰਟ ਦਾ ਨਾਮ ਰੱਖਿਆ ਮੈਂ ਬੀ। ਡਾਇਗਰਾਮ ਬਣ ਗਿਆ ਸਭ ਦਾ ਕਿ ਨਹੀਂ ਬਣਿਆ? ਇਹ ਸਾਡਾ ਬੇਟਾ ਹਾਫ ਵੇਵ ਰੈਕਟੀਫਾਇਰ ਹੈ। ਇਸ ਕੋਇਲ ਦਾ ਨਾਮ ਰੱਖਿਆ ਮੈਂ ਪੀ ਕੋਇਲ, ਯਾਨੀ ਕਿ ਪ੍ਰਾਇਮਰੀ ਕੋਇਲ। ਆਹ ਕੋਇਲ ਸਾਡੀ ਪੀ ਕੋਇਲ ਆ, ਆਹ ਕੋਇਲ ਸਾਡੀ ਐਸ ਕੋਇਲ ਆ। ਪੀ ਕੋਇਲ ਐਂਡ ਐਸ ਕੋਇਲ, ਦੋ ਕੋਇਲਾਂ ਸਾਡੇ ਕੋਲੇ। ਇਹ ਸਾਰਾ ਦਾ ਸਾਰਾ ਫੰਡਾ ਮਿਊਚੁਅਲ ਇੰਡਕਸ਼ਨ ਦਾ। ਇਸ ਤੋਂ ਅੱਗੇ ਜਿਹੜਾ ਹੈਗਾ ਡਾਇਓਡ ਸ਼ੁਰੂ ਹੋ ਗਿਆ। ਕਹਾਣੀ ਸਮਝ ਆ ਰਹੀ ਹੈ? ਲੋਡ ਰੈਜ਼ਿਸਟੈਂਸ ਦਾ ਨਾਮ ਆਰ ਐਲ ਆ, ਇਹਨੂੰ ਹਲਕਾ ਫੁਲਕਾ ਹੁਣ ਅਸੀਂ ਲਿਖ ਲੈਂਦੇ। ਇਹ ਲੋਡ ਰੈਜ਼ਿਸਟੈਂਸ ਆ ਬੇਟਾ, ਇਹਦਾ ਨਾਮ ਅਸੀਂ ਆਰ ਐਲ ਲਿਖਤਾ, ਆਰ ਦੇ ਪੈਰ 'ਚ ਐਲ ਲਿਖ ਦਿਓ, ਲੋਡ ਰੈਜ਼ਿਸਟੈਂਸ ਆਰ ਐਲ। ਹਾਂਜੀ, ਹੁਣ ਇਹਦੀ ਇਹ ਜਿਹੜੀ ਸਰਕਿਟ ਡਾਇਗਰਾਮ ਇਹਨੂੰ ਮਾੜਾ ਜਿਹਾ ਐਕਸਪਲੇਨ ਕਰਾਂਗੇ, ਫਿਰ ਵਰਕਿੰਗ ਲਿਖਾਂਗੇ। ਲਿਖਿਓ ਲਿਖਿਓ। in this circuit in this circuit the input AC to be rectified, the input AC to be rectified, ਜਿਹਦੀ DC ਬਣਾਉਣੀ ਹੈ, the input AC to be rectified is applied across, repeat करो माड़ा। in this circuit the input AC to be rectified is applied across the primary coil, P coil लिखता मैंने, of a step down transformer, of a step down transformer। एक स्टेप डाउन ट्रांसफार्मर ਦੀ ਪ੍ਰਾਇਮਰੀ ਕੋਇਲ ਦੇ ਅਕ੍ਰੋਸ ਮੈਂ ਇਨਪੁਟ AC ਅਪਲਾਈ ਕਰਤੀ। ਸਮਝ ਆ ਰਹੀ ਗੱਲ? ਜਦੋਂ ਕਿ ਸੈਕੰਡਰੀ ਕੋਇਲ, ਇਸ ਕੋਇਲ ਦੇ ਅਕ੍ਰੋਸ ਕੀ ਲਗਾਇਆ ਅਸੀਂ? ਇਸ ਕੋਇਲ ਦੇ ਅਕ੍ਰੋਸ ਇੱਕ ਡਾਇਓਡ ਤੇ ਇੱਕ ਲੋਡ ਰੈਜ਼ਿਸਟੈਂਸ RL, ਜਿਹਨੂੰ ਡ੍ਰੌਪਿੰਗ ਰੈਜ਼ਿਸਟੈਂਸ ਵੀ ਬੋਲਦੇ, ਡ੍ਰੌਪਰ ਰੈਜ਼ਿਸਟੈਂਸ ਵੀ ਬੋਲਦੇ ਆ। ਇਹਨਾਂ ਨੂੰ ਸੀਰੀਜ਼ ਦੇ ਵਿੱਚ ਇਹਦੇ ਅਕ੍ਰੋਸ ਲਗਾਤਾ। ਲਿਖ ਦਿਓ, ਡਾਟ ਲਾ ਕੇ ਲਿਖਿਓ। ਆ ਡਾਇਓਡ ਕੈਪੀਟਲ D, a diode capital D and load resistance RL, a diode capital D and load resistance LOAD, load resistance RL are connected, load resistance RL are connected in series, across the secondary coil of the transformer।
ट्रांसफार्मर दी S coil दे अक्रॉस जोड़ता, are connected in series across the S coil of the transformer, ट्रांसफार्मर दी S coil दे अक्रॉस मैं जोड़ता। ठीक है, इस तरीके नाल जोड़िया। ध्यान नाल सुन लो भी टर्मिनल A जिहड़ा आ वो साडा P सैक्शन नाल जुड़े या टर्मिनल B P सैक्शन नाल, पॉजिटिव सैक्शन नाल, एक कोई भी जोड़ जू। ठीक है, कोई भी जोड़ सकते। जे तुसीं डायोड नूं पुट्ठा भी ला दोगे तुहाडे उहदे नाल तुहानूं कुछ नहीं हुंदा, बस उहनूं जदों एक्सप्लेन करना सही एक्सप्लेन कर दिओ। ठीक है ना, ये गल पल्ले बन लिओ मेरी भी जे डायोड पुट्ठा लग गया ना उहदे नाल साडा डायग्राम नहीं गलत हुंदा। पर रौला ये आ भी किताबी कीड़ा जे कोई चैक करे तुहानूं उहने काटा मार देना। ठीक है ना, तो खैर वर्किंग उस हिसाब दे नाल जे तुसीं सही तरीके नाल समझाओगे तो फिर हो सकता भी कोई कन्वेंस हो जाए। तो मेरी कोशिश ये है भी जिद्दां करिया उदां ही करियो। ठीक है, समझ आ रही है? चलो आ जाओ, ये साडे कोल इहदा हो गया। लिख दिओ आउटपुट DC इज कनेक्टेड इज ऑब्टेन्ड अक्रॉस द लोड रेजिस्टेंस। आउटपुट DC इज ऑब्टेन्ड, आउटपुट DC इज ऑब्टेन्ड अक्रॉस RL। आउटपुट DC ਅਸੀਂ RL ਦੇ ਅਕ੍ਰੋਸ obtain ਕਰਦੇ ਹਾਂ। आउटपुट DC इज obtained across RL। हाँ जी, किसी को कोई शक पता लग रहा? आउटपुट DC इज obtained across RL। ये साडे कोल दा सर्किट डायग्राम मैं एक्सप्लेन करता। हुण इहदी वर्किंग आ सारी। ठीक है, इहदी वर्किंग एक्सप्लेन करनी मैं, ध्यान नाल सुणिओ गल नूं, गल बड़ी सौखी है। देखो एक डायग्राम मैं बनाउण लग्गिआ, ये डायग्राम तुसीं हुणे नहीं बनाउणा, ये डायग्राम तुसीं ऐ कह लो भी जो मैं एक पैराग्राफ लिखवाता उस तो बाद बना लियो या एंड च बना लियो। ठीक है, मेरी गल फॉलो कर रहे कि नहीं कर रहे? वो डायग्राम है कादा? वो डायग्राम साडा इनपुट दा ते आउटपुट दा आ भी जे इनपुट मैं इदां दी देवां तां आउटपुट किदां दी आऊगी इस सर्किट च। ਉਹਦੇ ਨਾਲ ਮੈਨੂੰ ਸਮਝਾਉਣਾ ਥੋੜਾ ਜਿਹਾ ਸੌਖਾ ਹੋ ਜਾਊਗਾ। ਧਿਆਨ ਨਾਲ ਸੁਣਿਓ, ਮੇਰੇ ਕੋਲੇ ਇੱਕ ਹੀ ਡਾਇਗਰਾਮ ਚ ਇਨਪੁਟ ਦੋਨੋਂ ਮੈਂ ਇਨਪੁਟ ਤੇ ਆਊਟਪੁਟ ਦੋਨੋਂ ਡਰਾ ਕਰੂੰਗਾ ਇੱਕ ਹੀ ਡਾਇਗਰਾਮ ਦੇ ਵਿੱਚ। ਆ ਮੇਰੇ ਕੋਲੇ ਹੈਗਾ ਬੇਟਾ इनपुट, चेक करो मैं ठीक बनाया। ठीक है, इनपुट AC इदां दी है ना, आ AC इनपुट इदां दी हुंदी, AC इदां दी हुंदी है बई, किसी नूं कोई शक? AC इदां दी हुंदी है। हुण इहदे नीचे मैं DC ड्रॉ करनी है जिहड़ी बननी है। इधर नूं मैं टाइम कह ला, एंगल कह ला, जो मर्जी कह लो, कोई चक्कर नहीं। इत्थे टाइम लिख लो। ठीक है, ये की आ, ए टर्मिनल दी वोल्टेज आ, वोल्टेज एट ए, या ऐ कह लो भी ए दी पोलैरिटी एट ए, पोलैरिटी ऑफ ए दी पोलैरिटी है इत्थे आ वाली जिहड़ी है पोलैरिटी एट ए टर्मिनल ते पोलैरिटी या वोल्टेज एट ए लिख दो। मान लो भुलेखा लगदा तुहानूं इहनूं वोल्टेज एट ए लिख सकते हैं। ठीक है बेटा, कोई दिक्कत वाली गल नहीं। वोल्टेज एट ए लो इत्थे DC बननी। DC तो पहला मैं की करिया, मैं डायग्राम नूं थोड़ा जिहा अच्छा कर देना। मैं आह वाला पॉइंट जिहड़ा, ताकि डायग्राम तुहाडा खराब ना होवे, मैं जिहड़े आ सारे पॉइंट आ, जिहड़े पॉइंट्स ते जीरो आ, मैं उन्हां पॉइंट्स तो एक परपेंडिकुलर ड्रॉ करता ताकि डायग्राम इक्को जिहा चले। क्यों बई? ठीक है, मैं हो सकता मेरे को थोड़ा टेढ़ा डायग्राम बन गया होवे, तुसीं थोड़ा सीधा ही बनाओ। ध्यान नाल सुणिओ गल नूं, हुण गल कंटिन्यू करनी है। मैं इहदी वर्किंग समझाउणी, पहला वर्किंग समझो उस तो बाद आपां लिख लैणे। सुणो ध्यान दे नाल। देखो की हुंदा कि AC अप्लाई कीती है, जदों AC अप्लाई करांगे तां तुहानूं भी पता भी इधर भी AC मिलनी मैनूं इत्थे। और AC चलदी किवें आ? एक बार आ पॉजिटिव ते आ नैगेटिव, दूजी बार आ नैगेटिव ते आ पॉजिटिव, इदां ही चलदी AC भी। एक बार तां करंट इदां इधरों ऐ नूं चलना, अगले हाफ साइकिल च इधरों ऐ नूं चलना, फिर हाफ साइकिल च ऐ चलना, फिर हाफ साइकिल च ऐ चलना, इदां ही चलना ना। मतलब जदों करंट इदां चलिया तां आ पॉजिटिव आ नैगेटिव। हुण जे आ पॉजिटिव तां इत्थे आ नैगेटिव होऊगा, इधर करंट पुट्ठा चलना। क्लीयर? मैं पहले नूं नहीं देखदा, मैं दूजे नूं देखूंगा। मान लो भी एक पहला हाफ साइकिल आया ते आ A टर्मिनल पॉजिटिव हो गया ते B टर्मिनल नैगेटिव हो गया। मान लो A टर्मिनल पॉजिटिव ते B टर्मिनल नैगेटिव हो गया। समझ आ रही? ठीक है, हुण जदों A टर्मिनल पॉजिटिव, ये हाफ साइकिल की गल चल रही है, वोल्टेज एट A टर्मिनल की वोल्टेज मान लो पहले हाफ साइकिल च पॉजिटिव आ, तां इस हाफ साइकिल च जिन्ना चिर आ पॉजिटिव रहूगा उन्ना चिर P सैक्शन पॉजिटिव नाल जुड़िया ते N सैक्शन नैगेटिव नाल जुड़िया। दसो फॉरवर्ड बायस आ कि रिवर्स बायस आ?
P ਪੋਜ਼ਿਟਿਵ ਨਾਲ ਜੁੜਿਆ, N ਨੈਗੇਟਿਵ ਨਾਲ ਜੁੜਿਆ, ਫਾਰਵਰਡ ਆ ਜਾਂ ਰਿਵਰਸ ਆ? ਹਾਂ ਬਈ, ਫਾਰਵਰਡ ਬਾਇਸ। ਫਾਰਵਰਡ ਸਰ। ਪੋਜ਼ਿਟਿਵ, N ਫॉर ਨੈਗੇਟਿਵ, ਫਾਰਵਰਡ ਬਾਇਸ ਪੜਾਇਆ ਹੋਇਆ ਤੁਹਾਨੂੰ। P ਫॉर ਪੋਜ਼ਿਟਿਵ, P ਨੂੰ ਪੋਜ਼ਿਟਿਵ ਨਾਲ ਜੋੜੋ, N ਨੂੰ ਨੈਗੇਟਿਵ ਨਾਲ ਜੋੜੋ, ਫਾਰਵਰਡ ਬਾਇਸ। ਫਾਰਵਰਡ ਬਾਇਸ ਚ ਕਰੰਟ ਚੱਲਦਾ ਕਿ ਨਹੀਂ ਚੱਲਦਾ? ਬੋਲੋ ਬਈ, ਹੁਣੇ ਪੜਾਇਆ ਜੀ। ਫਾਰਵਰਡ ਬਾਇਸ ਚ ਕਰੰਟ ਫਲੋ ਕਰਦਾ ਕਿ ਨਹੀਂ ਕਰਦਾ? ਹਾਂ ਬਈ ਗੁਰਕਮਲ ਸਿੰਘ, ਕਰਦਾ। ਫਾਰਵਰਡ ਬਾਇਸ ਚ ਕਰੰਟ ਫਲੋ ਕਰਦਾ, ਰੈਜ਼ਿਸਟੈਂਸ ਘੱਟ ਆਫਰ ਹੁੰਦੀ। ਫਾਰਵਰਡ ਚ ਕਰੰਟ ਚੱਲਦਾ, ਰਿਵਰਸ ਚ ਨਹੀਂ ਕਰੰਟ ਚੱਲਦਾ। ਓਕੇ, ਲਓ ਵੀ ਫਾਰਵਰਡ ਚ ਕਰੰਟ ਚੱਲ ਗਿਆ। ਫਾਰਵਰਡ ਬਾਇਸ ਦੇ ਵਿੱਚ ਆ ਕਰੰਟ ਆ। ਹੁਣ ਕਰੰਟ ਪਲੱਸ ਤੋਂ ਮਾਈਨਸ ਵੱਲ ਨੂੰ ਚੱਲਦਾ। ਕਰੰਟ ਇਧਰੋਂ ਚੱਲਿਆ, ਆ ਦੇਖੋ ਇਧਰੋਂ ਐ ਗਿਆ। ਮੈਨੂੰ ਦੱਸੋ ਡਾਇਓਡ ਨੇ ਕੋਈ ਰੁਕਾਵਟ ਪਾਈ? ਜਲਦੀ ਬੋਲੋ, ਉਹ ਡਾਇਓਡ ਨੇ ਕੋਈ ਰੁਕਾਵਟ ਪਾਈ ਕਿ? ਡਾਇਓਡ ਨੇ ਤਾਂ ਲੰਘਾਤਾ ਵੀ ਲੰਘ ਜਾ ਯਾਰ। ਰੁਕਾਵਟ ਕਿਹਨੇ ਪਾਈ? ਇੱਟ ਦਾ ਕੰਮ ਕਿਹਨੇ ਕੀਤਾ? ਇਹਨੇ। ਤਾਂ ਜਿਹੜੀ ਇਨਪੁਟ ਦਿੱਤੀ ਉਹ ਸਾਰੀ ਦੀ ਸਾਰੀ ਕਿੱਥੇ ਡ੍ਰੌਪ ਹੋਊਗੀ? ਜਿੱਥੇ ਰੁਕਾਵਟ ਪਊਗੀ। ਮੇਰੀ ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਇਨਪੁਟ ਕਿੰਨੀ ਦਿੱਤੀ? ਆਹ ਵੋਲਟੇਜ ਕਿੰਨੀ ਆ? ਜਿੰਨੀ ਆ, ਠੀਕ ਆ। ਇਹਦੀ ਵੈਲਿਊ ਘਟਦੀ ਵੱਧਦੀ ਜਾਂਦੀ ਆ। ਦੇਖੋ ਆਹ ਮੈਕਸਿਮਮ ਵੈਲਿਊ ਆ, ਪਹਿਲਾਂ ਘੱਟ ਸੀ ਫਿਰ ਵੱਧਦੀ ਗਈ ਫਿਰ ਘਟਦੀ ਗਈ, ਜ਼ੀਰੋ ਹੋ ਗਈ। ਜਦੋਂ ਇਹ ਵੋਲਟੇਜ ਇੱਥੇ ਵਧੀ ਜਾਂ ਘਟੀ, ਜਿੰਨੀ ਇੱਥੇ ਸੀ ਓਨੀ ਇੱਥੇ ਡ੍ਰੌਪ ਹੋਈ। ਜਿੰਨੀ ਅਪਲਾਈ ਕੀਤੀ ਸੇਮ ਇੱਥੇ ਡ੍ਰੌਪ ਹੋਈ। ਮਤਲਬ ਕਹਿਣ ਦਾ ਇਹ ਵੀ ਜਿੰਨੀ ਇਨਪੁਟ ਮਿਲੀ ਉਦਾਂ ਦੀ ਮੈਨੂੰ ਆਊਟਪੁੱਟ ਮਿਲੀ, ਸੇਮ ਆਊਟਪੁੱਟ ਮਿਲੀ। ਕਿਉਂਕਿ ਜਿੰਨਾ ਅਪਲਾਈ ਕੀਤਾ ਸੀ ਸਾਰੀ ਵੋਲਟੇਜ ਇੱਥੇ ਡ੍ਰੌਪ ਹੋ ਗਈ। ਇਹਨੇ ਤਾਂ ਟਪਾਤਾ ਕਰੰਟ, ਕਹਿੰਦਾ ਲੰਘ ਜਾ ਯਾਰ, ਮੈਂ ਤਾਂ ਰੋਕਦਾ ਨਹੀਂ। ਡਾਇਓਡ ਕਹਿੰਦਾ ਆਪਾਂ ਤਾਂ ਨਹੀਂ ਰੋਕਦੇ, ਆਪਾਂ ਫਾਰਵਰਡ ਆ। ਜਦੋਂ ਡਾਇਓਡ ਫਾਰਵਰਡ ਹੋ ਗਿਆ ਉਹਨੇ ਕਰੰਟ ਲੰਘਾਤਾ। ਰੋਕੂ ਕੌਣ? ਅੱਗੇ ਬੈਠਾ ਲੋਡ ਰਜਿਸਟਰ, ਉਹ ਕਹਿੰਦਾ ਮੈਂ ਰੋਕੂਗਾ। ਉਹਨੇ ਕਰੰਟ ਲੰਘਾਇਆ, ਪਰ ਕਰੰਟ ਕਿੰਨਾ ਲੰਘਾਇਆ? ਡ੍ਰੌਪ ਕਰਾ ਕੇ। ਵੋਲਟੇਜ ਉਹਦੇ ਬਦਲੇ ਦੇ ਵਿੱਚ ਉਹ ਡ੍ਰੌਪ ਕਰਾਉਂਦਾ ਨਾ ਵੋਲਟੇਜ ਨੂੰ, ਉਹਨੇ ਵੋਲਟੇਜ ਡ੍ਰੌਪ ਕਰਵਾਈ ਤੇ ਕਰੰਟ ਘਟਾਤਾ। ਚਲੋ ਜਿੰਨਾ ਵੀ ਕਰੰਟ ਲੰਘਿਆ, ਕਰੰਟ ਲੰਘਣਾ ਇੱਕ ਮੈਟਰ ਨਹੀਂ, ਪਰ ਵੋਲਟੇਜ ਡ੍ਰੌਪ ਹੋਣਾ ਬਹੁਤ ਵੱਡਾ ਮੈਟਰ ਆ। ਵੋਲਟੇਜ ਦਾ ਡ੍ਰੌਪ ਇੱਥੇ ਹੋਇਆ ਜਿੱਦਾਂ ਦੀ ਸੀ, ਜਿੰਨੀ ਅਪਲਾਈ ਕੀਤੀ ਸੀ। ਹੁਣ ਦੇਖੋ ਰਸਤੇ ਦੇ ਵਿੱਚ ਜੇ ਦੋ ਰੈਜ਼ਿਸਟੈਂਸ ਲੱਗੀਆਂ ਹੋਣ ਤਾਂ ਵੋਲਟੇਜ ਵੰਡੇ ਆਉਂਦੀ ਡ੍ਰੌਪ ਹੁੰਦੀ। ਪੜਾਇਆ ਹੋਇਆ ਤੁਹਾਨੂੰ ਵੀ ਇੱਕ ਲਾਈਨ ਦੇ ਵਿੱਚ ਚਾਰ ਬੰਦੇ ਬੈਠੇ, ਚਾਰਾਂ ਨੂੰ ਵੱਡਿਆਂ ਉਹਦੇ ਲੱਡੂ ਮਿਲ ਜਾਂਦੇ ਆ। ਕੱਲਾ ਹੀ ਬੰਦਾ ਬੈਠੋ ਸਾਰੇ ਲੱਡੂ ਉਹਦੇ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇੱਥੇ ਕੌਣ ਆ? ਦੋ ਬੈਠੇ ਸੀ, ਇਹਨੇ ਤਾਂ ਕਹਿੰਦਾ ਮੈਂ ਖਾਦੇ ਨਹੀਂ, ਮੈਨੂੰ ਭੁੱਖ ਲੱਗੀ ਨਹੀਂ। ਆਹ ਵਾਲਾ ਕਹਿੰਦਾ ਵੀ ਲੈ ਜਾਓ, ਤਾਲੀ ਲੈ ਜਾਓ, ਪਰੇ ਲੈ ਜਾਓ। ਇੱਧਰ ਗਏ, ਇਹ ਕਹਿੰਦਾ ਮੈਂ ਸਾਰੇ ਖਾਊਂ। ਕੱਲਾ ਹੀ ਹੈ ਨਾ, ਇਹ ਸਾਰੇ ਖਾ ਗਿਆ। ਮਤਲਬ ਜਿੰਨੀ ਵੋਲਟੇਜ ਇਨਪੁਟ ਸੀ ਸਾਰੀ ਆਊਟਪੁੱਟ। ਯਾਨੀ ਕਿ ਜਿੱਦਾਂ ਦੀ ਇਨਪੁਟ ਸੀ ਆਊਟਪੁੱਟ ਦੇ ਵਿੱਚ ਮੈਨੂੰ ਆ ਆਊਟਪੁੱਟ ਡੀਸੀ ਆ ਉਦਾਂ ਦੀ ਮੈਨੂੰ ਮਿਲ ਗਈ। ਜਿੱਦਾਂ ਦਾ ਆ ਸਰਕਟ ਡਾਇਗਰਾਮ ਆ, ਸੇਮ ਡਾਇਗਰਾਮ ਡਰਾ ਕਰਤਾ। ਇਹ ਸਾਡੀ ਇੱਥੇ ਆਊਟਪੁੱਟ ਆਉਣੀ ਹੈ ਔਰ ਇਹ ਡੀਸੀ ਬਣੂਗੀ। ਚੈੱਕ ਕਰ ਲਿਓ। ਹੁਣ ਤੁਸੀਂ ਕਹਿਣਾ ਜੀ ਡੀਸੀ ਇਦਾਂ ਦੀ ਤਾਂ ਹੁੰਦੀ ਨਹੀਂ। ਸਬਰ ਰੱਖੋ ਜੀ, ਸ਼ਾਂਤੀ ਰੱਖੋ, ਫਿਰ ਦੱਸਦੇ ਤੁਹਾਨੂੰ, ਠੀਕ ਆ। ਇਹ ਫਲਕਚੁਏਟਿੰਗ ਡੀਸੀ ਹੈ, ਇਹ ਪੋਜ਼ਿਟਿਵ ਹੈ ਨਾ। ਪਹਿਲਾਂ ਆਪਾਂ ਇਹਨੂੰ ਪੋਜ਼ਿਟਿਵ ਤੇ ਕਰ ਰਹੀਏ, ਫਿਰ ਕਹਾਣੀਆਂ ਬਾਅਦ ਦੀਆਂ। ਪਹਿਲਾਂ ਇਹ ਤਾਂ ਦੇਖੀਏ ਵੀ ਨੈਗੇਟਿਵ ਨਾ ਆਵੇ, ਨੈਗੇਟਿਵ ਖਤਮ ਕਰੀਏ ਆਪਾਂ। ਮਤਲਬ ਨੈਗੇਟਿਵ ਸਾਈਕਲ ਆਵੇ ਹੀ ਨਾ, ਕੱਲੀ ਪੋਜ਼ਿਟਿਵ ਸਾਈਕਲ ਰਵੇ, ਫਿਰ ਸਟੋਰੀ ਚੱਲ ਸਕਦੀ ਆਪਾਂ। ਉਸ ਤੋਂ ਬਾਅਦ ਅੱਗੇ ਹੋਰ ਸਰਕਿਟ ਵੀ ਹੁੰਦੇ। ਖੈਰ ਆ ਜਾਓ, ਫਿਰ ਕੀ ਹੋਇਆ? ਫਿਰ ਸੈਕੰਡ ਹਾਫ ਸਾਈਕਲ ਆ ਗਿਆ। ਸੈਕੰਡ ਹਾਫ ਸਾਈਕਲ ਚ ਆਹੀ ਟਰਮੀਨਲ ਨੈਗੇਟਿਵ ਹੋ ਗਿਆ ਔਰ ਆਹ ਵਾਲਾ ਟਰਮੀਨਲ ਪੋਜ਼ਿਟਿਵ ਹੋ ਗਿਆ। ਟਰਮੀਨਲ ਦੀ ਪੋਲੈਰਿਟੀ ਬਦਲ ਗਈ। ਪੋਲੈਰਿਟੀ ਬਦਲਦੇ ਸਾਰੀ ਆਹ ਡਾਇਓਡ ਦੇ ਪੀ ਸੈਕਸ਼ਨ ਨੂੰ ਮਾਈਨਸ ਮਿਲ ਗਿਆ। ਦੱਸੋ ਇਹ ਫਾਰਵਰਡ ਚੱਲੂਗਾ? ਰਿਵਰਸ ਹੋ ਗਿਆ। ਕੀ ਹੋ ਗਿਆ? ਰਿਵਰਸ। ਤੇ ਰਿਵਰਸ ਬਾਇਸ ਚ ਕਰੰਟ ਚੱਲਦਾ ਕਿ ਨਹੀਂ ਚੱਲਦਾ? ਨਹੀਂ ਚੱਲਦਾ। ਰਿਵਰਸ ਬਾਇਸ ਚ ਕੋਈ ਕਰੰਟ ਨਹੀਂ ਚੱਲਦਾ। ਦੱਸੋ ਇੱਟ ਇਹਨੇ ਸਿੱਟੀ ਰਾਹ ਦੇ ਵਿੱਚ, ਕਿਹਨੇ ਸਿੱਟੀ? ਹੁਣ ਦੋਨਾਂ ਨੇ ਸਿੱਟੀ ਹੈ? ਨਹੀਂ, ਇਹਨੇ ਡ੍ਰੌਪ ਕਰਾਇਆ, ਇਹਨੇ ਰੁਕਾਵਟ ਪਾਈ ਹੈ। ਐਤਕੀ ਵਾਰ ਉਹਦੀ ਰੁਕਾਵਟ ਹੋਰ ਤਰ੍ਹਾਂ ਦੀ, ਇਹਦੀ ਹੋਰ ਤਰ੍ਹਾਂ। ਇਹ ਜਮੀ ਜਾਮ ਕਰਤਾ ਇਹਨੇ। ਮੈਂ ਨਹੀਂ ਚਲਾਉਂਦਾ ਕਹਿੰਦਾ ਕਰੰਟ। ਮਾਈਨਰ ਚਾਰਜ ਕੈਰੀਅਰ ਦਾ ਮਾੜਾ ਮੋਟਾ ਕਰੰਟ ਰਹਿ ਗਿਆ, ਇਹਨੇ ਕਰੰਟ ਚਲਾਉਣਾ ਬੰਦ ਕਰਤਾ। ਇਹ ਕਹਿੰਦਾ ਮੈਂ ਕਰੰਟ ਰਿਵਰਸ ਬਾਇਸ ਚ ਚਲਾਉਣਾ ਹੀ ਨਹੀਂ। ਤੇ ਜਦੋਂ ਰਿਵਰਸ ਬਾਇਸ ਚ ਕਰੰਟ ਨਹੀਂ ਚੱਲਦਾ, ਠੀਕ ਆ, ਤੇ ਫਿਰ ਕਰੰਟ ਇਹ ਚੋਂ ਕਿੱਦਾਂ ਲੰਘ ਜੂ? ਜਦੋਂ ਉਹੀ ਗੱਲ ਵੀ ਜਦੋਂ ਪਿੱਛੋਂ ਡੈਮ 'ਚ ਹੀ ਪਾਣੀ ਨਾ ਹੋਵੇ ਤੇ ਨਹਿਰਾਂ 'ਚ ਪਾਣੀ ਮੈਂ ਕਿੱਥੋਂ ਭਾਲਾਂ? ਇੱਕ ਸਿੰਪਲ ਗੱਲ ਦੱਸਾਂ ਤੁਹਾਨੂੰ, ਕਹਾਣੀ ਸਮਝ ਆਉਂਦੀ ਤੁਹਾਨੂੰ ਕਿ ਨਹੀਂ ਆਉਂਦੀ? ਜਦੋਂ ਪਿੱਛੋਂ ਟ੍ਰੈਫਿਕ ਨਹੀਂ ਆ ਰਿਹਾ ਤਾਂ ਅੱਗੇ ਮੈਂ ਰੋਡ ਤੇ ਟ੍ਰੈਫਿਕ ਕੀ ਭਾਲਦਾ? ਟ੍ਰੈਫਿਕ ਇੱਥੇ ਬੰਦ ਆ, ਇੱਥੇ ਨਹੀਂ ਬੰਦ ਹੋਇਆ, ਠੀਕ ਆ। ਰੁਕਾਵਟ ਇਹਨੇ ਪਾਈ ਆ, ਡ੍ਰੌਪ ਇੱਥੇ ਹੋਊਗਾ। ਜੇ ਤੁਸੀਂ ਇੱਥੇ ਵੋਲਟਮੀਟਰ ਲਾ ਦੋਗੇ ਤੇ ਜਿਹੜੀ ਰੀਡਿੰਗ ਪਿਛਲੀ ਵਾਰ ਇੱਥੇ ਆਈ ਸੀ ਹੁਣ ਇੱਥੇ ਆਊਗੀ। ਇੱਥੇ ਡ੍ਰੌਪ ਕਿੰਨਾ ਹੋਇਆ? ਇੱਥੇ ਡ੍ਰੌਪ ਕਿੰਨਾ ਹੋਇਆ? ਜ਼ੀਰੋ। ਕੋਈ ਡ੍ਰੌਪ ਨਹੀਂ ਹੋਇਆ। ਇਹਨੂੰ ਮਿਲਿਆ ਹੀ ਕੁਝ ਨਹੀਂ, ਵਿਚਾਰੇ ਨੂੰ, ਵਿਹਲਾ ਬੈਠਾ। ਇੱਥੇ ਡ੍ਰੌਪ ਹੋਇਆ ਜ਼ੀਰੋ। ਤੁਹਾਨੂੰ ਕੀ ਬੋਲਿਆ ਸੀ? ਇੱਕ ਹਾਫ ਵੇਸਟ ਹੋ ਗਿਆ। ਦੇਖੋ ਇੱਕ ਹਾਫ ਦਾ ਤਾਂ ਰੈਕਟੀਫਿਕੇਸ਼ਨ ਹੋ ਗਿਆ। ਇਹ ਤਾਂ ਇਦਾਂ ਦਾ ਇਦਾਂ ਹੀ ਆ ਗਿਆ।
एक हाफ वेस्ट हो गया, तीसरे हाफ च फिर ये पॉजिटिव हो गया। यही स्टोरी जी है बार बार चल पी। दसो भी गल समझ आ गई कि नहीं आई। हुण देखो आ भी पॉजिटिव साइकिल, आ भी पॉजिटिव साइकिल, कम से कम नैगेटिव तो उड़ गई ना। तो डीसी तो बन गई पर फ्लक्चुएटिंग वेरीएबल डीसी बनी, वेरीएबल डीसी बनी। डीसी मतलब कि बल्ब झप झप कर रहा, बल्ब कंटिन्यूसली नहीं जग रहा, पर करंट एक ही डायरेक्शन च चल रहा। करंट की डायरेक्शन रिवर्स होनी बंद होगी। जिन्होंने समझ नहीं आया पूछ सकता। ये साडा हाफ वेव रेक्टिफायर है। अद्धी वेव का रेक्टिफिकेशन हो गया, अद्धी वेव का रेक्टिफिकेशन हो गया, अद्धी वेव जी वेस्ट हो गई। आ देखो अद्धी वेव का रेक्टिफिकेशन, अद्धी वेस्ट, अद्धी वेव का रेक्टिफिकेशन, अद्धी वेस्ट। इदा ही चलिया जाऊगा, भावें एक डायग्राम अगा इन्ना ही होर बना सकते हो, जिन्ना तुहाडे कोल स्पेस होवे उन्ना यूज कर लो। ओके वर्किंग लिखावां, लिखो लिखो वर्किंग। वर्किंग तो बाद बना लो, वर्किंग लिखो। वर्किंग हाँ जी, वर्किंग दे विच मैं कितने पॉइंट लिखवाऊंगा? वर्किंग दे विच मैं दो पैरे बनवाऊंगा, एरो ला के पैरे बना लो। ठीक है, एरो ला के पैरा बना लो। लिखो ड्यूरिंग, सपोज करो पहला, सपोज ड्यूरिंग फर्स्ट हाफ साइकिल, सपोज ड्यूरिंग फर्स्ट हाफ साइकिल ऑफ इनपुट AC, सपोज करें आप हाफ साइकिल ऑफ इनपुट AC, इनपुट AC की पहली हाफ साइकिल सपोज ड्यूरिंग फर्स्ट हाफ साइकिल ऑफ इनपुट AC, आ टर्मिनल A है, आ टर्मिनल B है। ठीक है, टर्मिनल लिख लो, पॉइंट लिख लो, पॉइंट A, पॉइंट A, पॉइंट लिख लो। ठीक है, पॉइंट A हैज पॉजिटिव पोलैरिटी, पॉइंट A दी पोलैरिटी पॉजिटिव है, एंड पॉइंट B हैज नेगेटिव पोलैरिटी, पॉइंट B दी पोलैरिटी नेगेटिव। पॉइंट A हैज पॉजिटिव पोलैरिटी व्हाइल पॉइंट B हैज नेगेटिव पोलैरिटी। ठीक है, नोट कर ले सारे ने। नाउ डायोड D is in forward bias. Now diode D is in forward bias. Diode D is in forward bias and it allows current, and it allows, allow करदा current नु, it allows current to flow through, it allows current to flow through load resistance RL, it allows current to flow through RL, सीधे लिख दो, and it allows current, ये allow करदा current नु to flow through, it allows current to flows through RL, RL चो करंट लंघ गया। ਹੁਣ RL ਰੈਜ਼ਿਸਟੈਂਸ ਆ ਤੇ ਰੈਜ਼ਿਸਟੈਂਸ ਦੇ ਅਕ੍ਰੋਸ ਹਮੇਸ਼ਾ ਡ੍ਰੌਪ ਹੁੰਦਾ, ਇਹਨੇ ਡ੍ਰੌਪ ਕਰਵਾਇਆ ਨਹੀਂ ਕਿਉਂਕਿ ਇਹਨੇ ਰੈਜ਼ਿਸਟੈਂਸ ਨਹੀਂ ਆਫਰ ਕੀਤੀ, ਰੈਜ਼ਿਸਟੈਂਸ ਇਹਨੇ ਆਫਰ ਕੀਤੀ। ਓਕੇ, ਤਾਂ ਡ੍ਰੌਪ ਸਾਰਾ ਇੱਥੇ ਹੋ ਗਿਆ, ਲਿਖ ਦਿਓ। ਸੋ ਲਿਖ ਦਿਓ, ਸੋ whole potential drop drops across RL, whole potential drops across RL, सारा पोटेंशियल इतने ड्रॉप हो गया। होल पोटेंशियल है, होल वोल्टेज लिख लो, पोटेंशियल औखा लगता, वोल्टेज लिख दो, वोल्टेज ड्रॉप्स अक्रॉस RL, सारी वोल्टेज इतने ड्रॉप होगी। ठीक है, होल पोटेंशियल ड्रॉप्स अक्रॉस RL, डॉट ला के, डॉट ला के लिखो, चलो इदा ही चलन दो, एंड द आउटपुट अक्रॉस RL, and the output across RL
is same as input. Output across RL is same as input. Output voltage कर लो, output voltage across RL is same as input voltage. Output voltage across RL is same as input voltage. कहानी समझ आ गई कि नहीं आई? एक हाफ साइकिल हो गया, ठीक है। हुण दूसरे हाफ साइकिल की गल करांगे। नवी लाइन तो लिखियो, नवी लाइन तो नवा पैरा बनाना, लिखियो ड्यूरिंग द सेकंड हाफ साइकिल, ड्यूरिंग द सेकंड हाफ साइकिल of input AC, the polarity is reversed. During second half cycle of input AC, the polarity is reversed. The polarity is reversed. Polarity reverse होगी. Means point A becomes negative. Means point A becomes negative while point B becomes positive. Point A becomes negative while point B becomes positive. A negative हो गया, B positive हो गया. A becomes negative, ठीक है, and B becomes positive. कहानी समझ आ रही है? डॉट ला के लिखो now the diode D, capital D. Now the diode D, दसो फॉरवर्ड है कि रिवर्स है? हाँ भी बोलो, फॉरवर्ड है कि रिवर्स है? Now the diode D reverse, becomes, now the diode D becomes reverse biased. Reverse biased. Diode D reverse biased हो जाता. Diode D becomes reverse biased. तो जदों diode D reverse biased हो गया, करंट चलाऊ कि नहीं चलाऊ? लिख दो. So no current flows. No current flows. Diode reverse biased हो गया ना. So no current is allowed कर दो. No current is allowed by diode. No current is allowed by the diode to flow through RL या flow through the circuit. ਇੱਕੋ ਗੱਲ ਹੀ ਹੈ। ਸਰਕਿਟ ਦੇ ਵਿੱਚੋਂ ਇਹ ਕਰੰਟ ਅਲਾਉ ਨਹੀਂ ਕਰਦਾ। ਸਮਝ ਆ ਰਹੀ ਹੈ? ਠੀਕ ਹੈ ਨਾ? No current is allowed by the diode to flow through RL ਜਾਂ to flow through the circuit. ਠੀਕ ਆ? ਤੇ ਜਦੋਂ ਇਹਨੇ ਕਰੰਟ ਅਲਾਉ ਨਹੀਂ ਕੀਤਾ ਤਾਂ RL ਦੇ ਅਕ੍ਰੋਸ ਡ੍ਰੌਪ ਕਿੰਨਾ ਆਊਗਾ? 0. ਲਿਖ ਦੋ hence potential drop across RL becomes 0 during this half cycle. Hence the potential drop across RL becomes 0. Potential drop across RL becomes 0. Becomes 0 during this half cycle. If इस half cycle च potential difference ਜਿਹੜਾ ਉਹ 0 ਰਹਿੰਦਾ। समझ आ गई कि नहीं आई? किसी को कोई शक? हाँ भाई पता लग गया? तो एक हाफ साइकिल तो पूरा हो गया। ए हाफ साइकिल की एनर्जी वेस्ट होगी। मींस द एनर्जी ऑफ द सेकंड हाफ साइकिल इज वेस्टेड। Means the energy of second half cycle is wasted. Means the energy of second half cycle is wasted. ठीक है? आ डायग्राम बना लो जल्दी से। हुण आ डायग्राम बना लो। लो जी देखो नवी लाइन तो लिखियो the above process is repeated again and again. The above process is repeated again and again
यही प्रोसैस बार बार रिपीट होंदा। द अबव प्रोसैस इज रिपीटेड अगेन एंड अगेन and the applied input AC is converted into fluctuating DC variable है, ठीक है, is converted into fluctuating DC with the wastage of 1/2 cycle. Fluctuating DC with the wastage of 1/2 cycle. ठीक है ना, in each cycle, wastage of 1/2 cycle in each cycle, हरेक साइकिल ਦੇ ਵਿੱਚ ਇੱਕ ਹਾਫ ਸਾਈਕਲ ਨੂੰ ਵੇਸਟ ਕਰ ਦਿੰਦਾ। समझ आ रही गल कि नहीं आ रही? ये साडे कोले बेटा हाफ वेव रेक्टिफायर सी। अच्छा एक गल होर दसदा, रेगूलेट करना जे तुसीं चाहुंदे भी आ फ्लक्चुएशन खत्म हो जाण आ वाले, तो इहदे वास्ते बेटा फिल्टर सर्किट आउंदे आ, ठीक आ, हायर क्लासेस च तुहाडे आउणगे, ठीक आ, उन्हां दी डिटेल आऊगी। इत्थे आपां इन्नी गल लिख दिंने आ, वाली गल लिख दिओ। द फ्लक्चुएटिंग DC कैन बी रेगुलेटेड, the fluctuating DC can be regulated by the filter circuit, can be regulated by the filter circuits, filter circuit लगदे इस तो अगे, can be regulated by the filter circuits used further समझ आ रही गल कि नहीं आ रही? ये बेटा मेरे को की आ, ये मेरे को सारा दा सारा हाफ वेव रेक्टिफायर आ। मैनू पूरी उम्मीद है बेटा कि तुहानू हाफ वेव रेक्टिफायर जिहड़ा अच्छा लग्या, समझ आया। अगला लैक्चर साडा जिहड़ा होगा उहदे च असीं फुल वेव रेक्टिफायर करांगे, ठीक है पुत्तर? किसी नू शक? बोलो बई। हाँ जी, आज बेटे पिछले लैक्चर दे विच असीं हाफ वेव रेक्टिफायर पढ़ चुके हैं और अज साडी वारी है फुल वेव रेक्टिफायर नूं पढ़न दी, ठीक है? तो फुल वेव रेक्टिफायर जिहड़ा है, देखो पहली गल तो भी रेक्टिफायर पता होना चाहिए भी रेक्टिफायर डिवाइस की है। रेक्टिफायर वो डिवाइस है जिहड़ी AC दी DC बनाउंदी है, ते DC साडी बनी सी किदां दी, माड़ा जिहा मैं दसदा भी हाफ वेव रेक्टिफायर दे विच की होया सी। जे आ मेरे कोले AC इनपुट कीती आ, आउटपुट DC मेरे कोले एक वेव तां सेम आई सी, ਇਹ ਕਿਤੇ ਲਿਖਿਆ ਨਹੀਂ ਹੋਇਆ ਵੀ ਪੋਜ਼ਿਟਿਵ ਵੇਵ ਹੀ ਸੇਮ ਆਉਣੀ ਹੈ, ਠੀਕ ਆ, ਨੈਗੇਟਿਵ ਵੀ ਆ ਸਕਦੀ ਆ, ਡਿਪੈਂਡ ਕਰਦਾ ਹੈਗਾ ਤੁਸੀਂ ਡਾਇਓਡ ਨੀਚੇ ਵਾਲੇ ਪਾਸੇ ਲਾ ਦਿਓ, ਡਾਇਓਡ ਪੁੱਠਾ ਕਰਕੇ ਲਾ ਦਿਓ, ਉਹਦੇ ਨਾਲ ਆਨਸਰ ਨਹੀਂ ਗਲਤ ਹੁੰਦਾ ਤੁਹਾਡਾ ਕੁਛ ਨਾ ਕੁਛ ਇੱਥੇ ਰਿਜ਼ਲਟ ਮਿਲਣਾ ਹੀ ਆ, ਭਾਵੇਂ ਡਾਇਓਡ ਸਿੱਧਾ ਲਾ ਦਿਓ ਪੁੱਠਾ ਲਾ ਦਿਓ, ਕਿਉਂਕਿ ਇੱਕ ਸਾਈਡ ਤੇ ਤਾਂ ਫਾਰਵਰਡ ਬਾਇਸ ਹੋਊਗਾ ਹੀ ਉਹ, ਠੀਕ ਆ। ਤੇ ਜਿਹੜਾ ਕੱਲ ਆਪਾਂ ਡਾਇਗਰਾਮ ਹਾਫ ਵੇਵ ਰੈਕਟੀਫਾਇਰ ਦਾ ਬਣਾਇਆ ਸੀ, ਉਸ ਡਾਇਗਰਾਮ ਦੇ ਵਿੱਚ ਦੇਖ, ਜੇ ਤਾਂ ਕਿਸੇ ਕਿਤਾਬੀ ਕੀੜਾ ਨੂੰ ਪੜ੍ਹੋ ਦੱਸੋਗੇ ਉਹ ਤਾਂ ਕਹੂਗਾ ਜੀ ਡਾਇਓਡ ਸਿੱਧਾ ਹੀ ਹੋਣਾ ਚਾਹੀਦਾ, ਜੇ ਡਾਇਓਡ ਨੂੰ ਪੁੱਠਾ ਕਰਕੇ ਲਾ ਦੋ ਬੈਕ ਸਾਈਡ ਨੂੰ, ਉਹਦੇ ਨਾਲ ਫਰਕ ਨਹੀਂ ਪੈਂਦਾ ਆਨਸਰ ਨੂੰ, ਠੀਕ ਆ, ਫਿਰ ਵੀ ਤੁਹਾਡਾ ਉਹ ਹਾਫ ਵੇਵ ਰੈਕਟੀਫਾਇਰ ਹੀ ਰਹੂਗਾ। ਜੇ ਤੁਸੀਂ ਨੀਚੇ ਵਾਲੇ ਪਾਸੇ ਲਾ ਦੋ ਫਿਰ ਵੀ ਉਹ ਹਾਫ ਵੇਵ ਰੈਕਟੀਫਾਇਰ ਰਹੂਗਾ, ਤਾਂ ਡਰ ਨਾ ਜਾਇਓ, ਠੀਕ ਹੈ ਨਾ, ਇਹ ਗੱਲ ਖਾਸ ਖਿਆਲ ਰੱਖਿਓ। ਖੈਰ ਹਾਫ ਵੇਵ ਰੈਕਟੀਫਾਇਰ ਨੇ ਇੱਕ ਵੇਵ ਨੂੰ ਵੇਸਟ ਕੀਤਾ ਸੀ, ਇੱਕ ਵੇਵ ਉਹਨੇ ਜਿਹੜੀ ਆਊਟਪੁੱਟ 'ਚ ਦਿੱਤੀ ਸੀ, ਤਾਂ ਸਾਡੇ ਕੋਲੇ ਨੈਗੇਟਿਵ ਵਾਲਾ ਕਰੰਟ ਖਤਮ ਹੋ ਗਿਆ ਸੀ, ਨੈਗੇਟਿਵ ਵਾਲੀ ਵੋਲਟੇਜ ਖਤਮ ਹੋ ਗਈ ਸੀ, ਸਿਰਫ ਪੋਜ਼ਿਟਿਵ ਵੋਲਟੇਜ ਰਹਿ ਗਈ ਸੀ, ਔਰ ਜਿਹੜੀ ਪੋਜ਼ਿਟਿਵ ਵੋਲਟੇਜ ਆ ਉਹ DC ਆ। ਬਸ ਇੰਨੀ ਗੱਲ ਸੀ ਵੀ ਇਹ ਫਲਕਚੁਏਟਿੰਗ DC ਸੀ, ਇਹ ਰੈਗੂਲੇਟਡ DC ਨਹੀਂ ਸੀ, ਫਲਕਚੁਏਟਡ DC ਸੀ। ਔਰ ਫਲਕਚੁਏਸ਼ਨ ਖਤਮ ਕਰਨ ਦੇ ਵਾਸਤੇ ਫਿਲਟਰ ਸਰਕਟ ਯੂਜ਼ ਕੀਤੇ ਜਾਂਦੇ ਆ, ਠੀਕ ਹੈ। ਕਈ ਵਾਰ ਜ਼ੀਨਰ ਡਾਇਓਡ ਰੈਗੂਲੇਟਰ ਵੀ ਯੂਜ਼ ਕਰ ਲਿਆ ਜਾਂਦਾ, ਫਿਲਟਰ ਸਰਕਟ ਵੀ ਬਹੁਤ ਜਿਹੜੇ ਹੈਗੇ ਇਫੈਕਟਿਵ ਆ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਅਗਲੀ ਗੱਲ ਕਰਾਂਗੇ ਫੁੱਲ ਵੇਵ ਰੈਕਟੀਫਾਇਰ, ਸਾਡਾ ਅੱਜ ਦਾ ਟੌਪਿਕ ਫੁੱਲ ਵੇਵ ਰੈਕਟੀਫਾਇਰ। ਧਿਆਨ ਨਾਲ ਸੁਣ ਲਿਓ, ਫੁੱਲ ਵੇਵ ਰੈਕਟੀਫਾਇਰ ਕੀ ਹੁੰਦਾ? ਫੁੱਲ ਵੇਵ ਰੈਕਟੀਫਾਇਰ ਇੱਕ ਇਦਾਂ ਦੀ ਡਿਵਾਈਸ ਆ ਪੁੱਤ, ਫੁੱਲ ਵੇਵ ਰੈਕਟੀਫਾਇਰ ਇੱਕ ਇਦਾਂ ਦੀ ਡਿਵਾਈਸ ਆ ਜਿਹੜੀ ਦੋਨੋਂ ਹਾਫਸ ਦਾ ਰੈਕਟੀਫਿਕੇਸ਼ਨ ਕਰ ਦਿੰਦੀ ਆ, ਦੋਨੋਂ ਹਾਫਸ ਦੀ AC ਬਣਾ ਦਿੰਦੀ ਆ, ਸੌਰੀ DC ਬਣਾ ਦਿੰਦੀ। ਮਤਲਬ ਕਹਿਣ ਦਾ ਇਹ
ਵੀ ਪਹਿਲਾ ਪੋਜ਼ਿਟਿਵ ਹਾਫ ਸੀ ਫਿਰ ਨੈਗੇਟਿਵ ਹਾਫ ਸੀ, ਨੈਗੇਟਿਵ ਨੂੰ ਵੀ ਪੋਜ਼ਿਟਿਵ ਕਰ ਦਿੰਦੀ ਉਹ। ਠੀਕ ਆ, ਜਾਂ ਤਾਂ ਡੀਸੀ ਕਿੱਦਾਂ ਦੀ ਹੈ ਮਾੜਾ ਜਿਹਾ ਸੁਣੋ। ਡੀਸੀ ਕੀ ਚੀਜ਼ ਆ, ਜਾਂ ਤਾਂ ਆ ਜ਼ੀਰੋ ਆ, ਜਾਂ ਤਾਂ ਡੀਸੀ ਉੱਪਰ ਰਹੂਗੀ, ਜ਼ਰੂਰੀ ਨਹੀਂ ਉਹ ਕਾਂਸਟੈਂਟ ਰਵੇ, ਉਹ ਫਲਕਚੁਏਟ ਕਰ ਸਕਦੀ ਆ, ਜਾਂ ਫਿਰ ਡੀਸੀ ਥੱਲੇ ਰਹੂਗੀ। ਆਹ ਵਾਲੀ ਡੀਸੀ ਨੈਗੇਟਿਵ ਆ, ਆਹ ਵਾਲੀ ਡੀਸੀ ਪੋਜ਼ਿਟਿਵ ਆ, ਮਤਲਬ ਜ਼ੀਰੋ ਕ੍ਰੋਸ ਨਹੀਂ ਕਰਨਾ ਨਾ ਨੀਚੇ ਵਾਲਿਆਂ ਨੇ ਨਾ ਉੱਪਰ ਵਾਲਿਆਂ ਨੇ। ਆ ਵੀ ਡੀਸੀ ਆ ਵੀ ਡੀਸੀ ਆ, ਦੋਨੋਂ ਹੀ ਸਹੀ ਆ। ਡਰ ਨਾ ਜਾਏ ਉਸ ਗੱਲ ਤੇ ਵੀ ਪਤਾ ਨਹੀਂ ਨੀਚੇ ਵਾਲੀ ਨਾ ਹੋਊਗੀ, ਪੋਜ਼ਿਟਿਵ ਵੀ ਹੋ ਸਕਦੀ ਨੈਗੇਟਿਵ ਵੀ ਹੋ ਸਕਦੀ। ਤਾਂ ਜਿਹੜੇ ਰੈਕਟੀਫਾਇਰ ਆ ਫੁੱਲ ਵੇਵ ਰੈਕਟੀਫਾਇਰ, ਉਹ ਦੋਨੋਂ ਹਾਫਸ ਦਾ ਰੈਕਟੀਫਿਕੇਸ਼ਨ ਕਰ ਦਿੰਦਾ। ਓਕੇ, ਲਿਖ ਦਿਓ ਇਹ ਗੱਲ, ਫੁੱਲ ਵੇਵ ਰੈਕਟੀਫਾਇਰ ਲਿਖ ਦਿਓ। ਇਟ ਇਜ਼ ਅ ਰੈਕਟੀਫਾਇਰ, it is a rectifier which converts both halves, which converts both half ਦਾ plural ਹੁੰਦਾ ਨਾ halves, which converts both halves of input AC cycle into DC। ਇਨਪੁਟ AC ਸਾਈਕਲ ਦੇ ਦੋਨੋਂ ਹਾਫਸ ਨੂੰ DC ਚ ਕਨਵਰਟ ਕਰ ਦਿੰਦਾ। ਠੀਕ ਆ, ਔਰ ਜਿਹੜੇ ਹਾਫ ਦੋ ਬਣਨੇ ਆ, ਜਾਂ ਤਾਂ ਉਹ ਦੋਨੋਂ ਹੀ ਪੋਜ਼ਿਟਿਵ ਹੋਣਗੇ ਜਾਂ ਉਹ ਦੋਨੋਂ ਨੈਗੇਟਿਵ ਹੋਣਗੇ। ਇੱਕ ਪੋਜ਼ਿਟਿਵ ਇੱਕ ਨੈਗੇਟਿਵ ਵਾਲਾ ਮਸਲਾ ਖਤਮ ਹੋ ਜੂ ਸਾਡਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹ ਸਾਡੇ ਕੋਲ ਜਿਹੜਾ ਰੈਕਟੀਫਾਇਰ ਆ, ਇਹਨੂੰ ਬੋਲਦੇ ਫੁੱਲ ਵੇਵ ਰੈਕਟੀਫਾਇਰ। ਠੀਕ ਆ, ਕਹਾਣੀ ਕਲੀਅਰ ਹੋ ਰਹੀ? ਬੋਥ ਹਾਫਸ ਆਫ ਇਨਪੁਟ AC ਸਾਈਕਲ ਇਨਟੂ DC, ਡਾਇਰੈਕਟ ਕਰੰਟ ਚ ਕਨਵਰਟ ਕਰ ਦਿੰਦਾ। ਠੀਕ ਹੈ ਨਾ? ਇਸ ਤੋਂ ਬਾਅਦ ਇਹਦਾ ਪ੍ਰਿੰਸੀਪਲ, ਜੋ ਕੱਲ ਲਿਖਿਆ ਸੀ ਉਹੀ ਲਿਖ ਦੋ। ਕੀ ਪ੍ਰਿੰਸੀਪਲ ਸੀਗਾ? ਵੀ ਜਿਹੜਾ ਡਾਇਓਡ ਆ ਫਾਰਵਰਡ ਬਾਇਸ ਦੇ ਵਿੱਚ ਘੱਟ ਰੈਜ਼ਿਸਟੈਂਸ ਆਫਰ ਕਰਦਾ ਕਰੰਟ ਨੂੰ, ਤੇ ਰਿਵਰਸ ਬਾਇਸ ਦੇ ਵਿੱਚ ਰੈਜ਼ਿਸਟੈਂਸ ਜ਼ਿਆਦਾ ਆਫਰ ਕਰਦਾ ਤੇ ਕਰੰਟ ਚੱਲਣ ਨਹੀਂ ਦਿੰਦਾ। ਜਿੱਦਾਂ ਕੱਲ ਲਿਖਵਾਇਆ ਸੀ ਉਦਾਂ ਹੀ ਲਿਖੋਗੇ। ਲਿਖ ਦੋ, ਲਿਖ ਦਿਓ। A PN junction diode offers a very small resistance. A PN junction diode offers a very small resistance to the flow of current, offers a very small resistance to the flow of current in forward bias and offers very large resistance in a reverse bias, and offers very large resistance in a reverse bias, offers very large resistance in reverse bias। reverse bias ज्यादा resistance offer करता। PN junction diode reverse bias करंट नहीं चलने दिंदा, देसी लैंग्वेज सुन लो। फॉरवर्ड बायस करंट चलदा। ओके, चलो आज हुण इहदा सर्किट डायग्राम सब कुछ वही है जिहड़ा उदन कीता सी। सर्किट डायग्राम, और डायग्राम नूं समझना फिर उहदी वर्किंग लिखांगे। सर्किट डायग्राम बड़ा आसान है। इहदा देखो, एक ट्रांसफार्मर लग्या सी और उहदे विच एक प्राइमरी सर्किट च इनपुट लाई सी, सैकेंडरी सर्किट दे अक्रॉस एक डायोड लाया सी। अज एक दी बजाय दो डायोड ला दो। कितने डायोड लगने? दो। देखो किदां, आ मेरे कोले ट्रांसफार्मर, आ मेरे कोल ट्रांसफार्मर। देखो मैं बोलिया सी स्टैप डाउन ट्रांसफार्मर लाउणा, आपां स्टैप डाउन ला दिंदे आ। डायग्राम छोटा ना बनाओ, मैं पहला भी दस्सिया सी तुहानूं। आ ट्रांसफार्मर इंडक्टिवली कपल्ड आ, दूजी कॉइल इधरले पासे आ, ये कॉइल स्टैप डाउन है ना ट्रांसफार्मर। ਇਹਦੇ ਵਿੱਚ ਨੰਬਰ ਆਫ ਟਰਨ ਘੱਟ ਬਣਾਇਓ, ਇੱਧਰ ਜੇ 7-8 ਆ ਤਾਂ ਉਧਰ 3-4 ਹੀ ਬਣਾਇਓ। ਠੀਕ ਆ, ਕਿਉਂਕਿ ਸਟੈਪ ਡਾਊਨ ਟਰਾਂਸਫਾਰਮਰ ਆ। ਗਲਤ ਕਰ ਲਿਆ ਕੰਮ। ਠੀਕ ਹੈ ਨਾ, ਇੱਧਰ ਨੰਬਰ ਆਫ ਟਰਨ ਜ਼ਿਆਦਾ, ਇੱਧਰ ਨੰਬਰ ਆਫ ਟਰਨ ਥੋੜੀਆਂ, ਬਿਕੋਜ਼ ਸਟੈਪ ਡਾਊਨ ਆ। ਆਊਟਪੁੱਟ ਸਾਡੀ, ਕਿਉਂਕਿ ਜਿਹੜੀ ਡਿਵਾਈਸਿਸ ਹੈ ਨਾ, ਜਿੱਦਾਂ ਡਾਇਓਡ ਹੋ ਗਏ, ਟਰਾਂਜ਼ਿਸਟਰ ਹੋ ਗਏ, ਛੋਟੇ ਛੋਟੇ ਸੈਮੀ ਕੰਡਕਟਰ ਡਿਵਾਈਸਿਸ,
बेटे ये ज्यादा एनर्जी झल नहीं सकदियां, ये ज्यादा करंट झल नहीं सकदियां, खराब हो जाणगियां। ठीक है, फ्यूज जिन्होंने कहते खराब हो गई जी, ठीक है ना, सड़ गया डायोड, सड़ गया, इदा बोल देंगे। आ एसी आ, ए इनपुट आ, इनपुट एसी, इनू मैं प्राइमरी पी कॉयल दे अक्रॉस अप्लाई किया, दिस इज पी कॉयल एंड दिस वन इज एस कॉयल। एस कॉयल दे दोनों साइडा ते दो पॉइंट लगाए सी मैं, शायद तुहानू याद होवे, एक पॉइंट ए ते दूसरा पॉइंट नीचे वाले पासे बी, याद है कि नहीं। ਜਿਹੜਾ ए पॉइंट आ बेटा, ए पॉइंट ਨੂੰ मैं जोड़िया, ए पॉइंट ਨੂੰ मैं बेटा कनैक्ट किया पुत्त एक डायोड नाल, और इधर बी पॉइंट ਨੂੰ मैं एक डायोड नाल कनैक्ट किया। ਇਹ ਗੱਲ ਧਿਆਨ ਰੱਖਿਓ ਵੀ ਦੋਨਾਂ ਦੇ ਪੀ ਸੈਕਸ਼ਨ इधर जुड़े आ, दोनों सीधे होण या दोनों ही पुठे होण। ठीक है, आप सीधे ही लावांगे। ਲੈ भी इत्थे लोड रजिस्टेंस आर नहीं लगी, कित्थे लगी है फिर लोड रजिस्टेंस, वो सुनो, लोड रजिस्टेंस लगी सेंटर च इत्थे, मतलब इनू कनैक्ट किया इहदे नाल। ठीक है, ये लोड रजिस्टेंस आर एल, सेंटरली टैप्ड विद सेकेंडरी कॉयल, ये साडी सेकेंडरी कॉयल है, एस कॉयल है, मैं इत्थे लिख भी दिना, दिस इज एस कॉयल, ये साडी सेकेंडरी कॉयल है। डायग्राम बना लिया सारे ने, डायग्राम बना लिया पुत्रो, शाबाश, शेर बनो शेर, जल्दी करो। आ पी कॉयल, आ प्राइमरी कॉयल, आ सेकेंडरी कॉयल। सर्किट डायग्राम की थोड़ी जी कहानी लिखवा दा, ज्यादा टाइम नहीं पास करना सर्किट डायग्राम के, आप सिंपल जी गल्लां जिद्दां उदण लिखियां, दो तीन गल्लां ही लिखनियां। ठीक है, लिख दिओ, इन फुल वेव रेक्टिफायर, इन फुल वेव रेक्टिफायर इनपुट एसी टू बी रेक्टिफाइड, ਉਹਦੀ ਕਾਪੀ है जिद्दां उदण कीता आपां, इनपुट एसी टू बी रेक्टिफाइड, जिन्हों असीं रेक्टिफाई करना, इनपुट एसी टू बी रेक्टिफाइड तो बेटा दोबारा सुन लो की लिखा आपने, P फॉर प्राइमरी कॉयल, इनपुट AC टू बी रेक्टिफाइड इज अप्लाइड अक्रॉस द प्राइमरी कॉयल ऑफ अ स्टेप डाउन ट्रांसफॉर्मर, ऑफ अ स्टेप डाउन ट्रांसफॉर्मर, अ स्टेप डाउन ट्रांसफॉर्मर। समझ आ रही गल। और सेकेंडरी कॉयल के क्रॉस दो डायोड, ऊपर वाले का नाम रखो D1 कैपिटल D1, नीचे वाले का नाम रखो D2, दोनों दे पी सैक्शन ए ते बी, ए ते इहदे क्रॉस जोड़े आ, जदों कि दोनों दे एन सैक्शन एक लोड रजिस्टेंस आर एल दे थ्रू, दोनों दे एन सैक्शन एक लोड रजिस्टेंस आर एल दे थ्रू सेंटरली टैप्ड विद सेकेंडरी कॉयल दे नाल जोड़ते असीं। कहानी क्लीयर है कि नहीं क्लीयर है, ये गल लिख दो, लिख दो डायोड्स डी, लिख दो द पी सैक्शंस ऑफ डायोड D1 एंड D2, the P sections of diode D1 and D2, P sections of diode D1 and D2 are connected with point A and B of secondary coil respectively, are connected with point A and B, connected with point A and B of secondary coil respectively। ठीक है, while the N section of both diodes are connected to the central point of
coil, N sections of both diodes are connected to central point of S coil, central point of S coil through a load resistance RL, through a load resistance RL। ਲਓ ਜੀ, ਆਊਟਪੁੱਟ ਕਿੱਥੇ ਲੈਣੀ ਹੈ ਇਹ ਗੱਲ ਦੱਸਣੀ ਜ਼ਰੂਰੀ ਹੈ। ਕੱਲ ਵੀ ਆਊਟਪੁੱਟ RL ਦੇ ਅਕ੍ਰੋਸ ਲਈ ਸੀ, ਅੱਜ ਵੀ ਆਊਟਪੁੱਟ ਕਿੱਥੇ ਲੈਣੀ ਪੁੱਤ? RL ਦੇ ਅਕ੍ਰੋਸ ਲਗਾ ਲਓ। ਤਾਂ ਮੈਂ ਇੱਥੇ ਇਸ ਜਗ੍ਹਾ ਤੇ ਵੋਲਟਮੀਟਰ ਲਗਾ ਕੇ ਆਊਟਪੁੱਟ DC ਇੱਥੇ ਮੈਨੂੰ ਮਿਲੂਗੀ। This is output DC, RL ਦੇ ਅਕ੍ਰੋਸ ਲਿਖ ਦਿਓ। The output DC is obtained across RL, ਇਹ ਗੱਲ ਲਿਖ ਦਿਓ। Output DC is obtained across, output DC is obtained across RL, output DC is obtained across RL। ਕਿਸੇ ਨੂੰ ਕੋਈ ਸ਼ੱਕ? ਬੋਲੋ ਬਈ। ਠੀਕ ਆ। वर्किंग ਤੇ ਆ ਜਾਓ। ਦੇਖੋ ਮੈਂ ਕੱਲ ਵਾਂਗੂ ਦੋ ਡਾਇਗਰਾਮ ਗ੍ਰਾਫ ਬਣਾਉਂਗਾ ਔਰ ਉਹ ਗ੍ਰਾਫ ਜੀ ਜਿਹੜਾ ਹੈਗਾ ਬਣਾਉਣਾ ਮੈਂ, ਉਹ ਗ੍ਰਾਫ ਦੀ ਤੁਹਾਨੂੰ ਸਿਰਫ ਹਜੇ ਸਮਝਣ ਦੀ ਲੋੜ ਹੈ। ਐਂਡ 'ਚ ਬਣਾ ਦਿਓ, ਜਿੱਦਾਂ ਕੱਲ ਬਣਾਇਆ ਸੀ ਨਾ, ਐਂਡ 'ਚ ਬਣਾ ਦਿਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਠੀਕ ਆ। ਗ੍ਰਾਫ ਦੇ ਵਿੱਚ ਮੈਂ ਕਿਹੜੀ ਕਿਹੜੀ ਚੀਜ਼ ਬਣਾਈ ਸੀ ਦੱਸ ਸਕਦੇ ਮੈਨੂੰ? ਜਲਦੀ ਬੋਲੋ। ਵੋਲਟੇਜ ਐਟ 8, ਆਊਟਪੁੱਟ DC। ਇੱਕ ਤਾਂ A ਟਰਮੀਨਲ ਤੇ ਵੋਲਟੇਜ, ਹੁਣ ਵੀ ਮੈਂ A ਟਰਮੀਨਲ ਦੀ ਵੋਲਟੇਜ ਹੀ ਲਿਖੂੰਗਾ। ਤੁਹਾਡੇ ਕੋਲ ਇੱਕ ਆਪਸ਼ਨ ਹੈਗਾ B ਦੀ ਵੋਲਟੇਜ, ਉਹ ਵੀ ਸਹੀ ਆ, ਉਹ ਗਲਤ ਨਹੀਂਗਾ, ਉਹਦੇ ਨਾਲ ਵੀ ਆਨਸਰ ਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਆਪਾਂ A ਦੀ ਵੋਲਟੇਜ ਹੀ ਲਿਖਾਂਗੇ। ਠੀਕ ਆ, ਵੋਲਟੇਜ ਐਟ A। ਔਰ ਦੂਸਰਾ ਕੀ ਪੁਆਇੰਟ ਸੀ? ਕਿਉਂ ਬਈ? ਆਊਟਪੁੱਟ DC, ਆਊਟਪੁੱਟ DC। ਇੱਥੇ ਮੈਂ ਲਿਖ ਦੇਣਾ ਵੋਲਟੇਜ ਐਟ A, ਇੱਥੇ ਮੈਂ ਲਿਖ ਦੇਣਾ ਆਊਟਪੁੱਟ DC। ਓਕੇ, ਹਾਂਜੀ। ਤਾਂ ਇਨਪੁਟ AC ਕਿੱਦਾਂ ਦੀ ਹੈ ਬੇਟਾ? ਇੰਨਾ ਬਹੁਤ ਹੈ, ਅੱਗੇ ਵੀ ਬਣਾਦਾ, ਸਮਝ ਆਉਣੀ ਚਾਹੀਦੀ ਤੁਹਾਡੇ। ਅੱਗੇ ਵੀ ਬਣਾਉਣਾ, ਇੱਕ ਸਟੈਪ ਹੋਰ ਕਰ ਲਓ, ਆਪਣਾ ਕਿਹੜਾ ਜ਼ੋਰ ਲੱਗਦਾ। ਹਾਂ, ਆਪਾਂ ਕਿਹੜੇ ਕੋਲ ਰਜਿਸਟਰੀ ਕਰਾ ਕੇ ਜ਼ਮੀਨ ਲਿਆਉਣੀ ਆ ਵੀ ਥਾਂ ਹੈ ਨਹੀਂ ਸਾਡੇ ਕੋਲੇ, ਹਨਾ। ਆਊਟਪੁੱਟ ਬਣਾਉਣੀ ਆ, ਆਊਟਪੁੱਟ ਦਾ ਇਧਰ ਟਾਈਮ ਲਿਖ ਸਕਦੇ ਤੁਸੀਂ, ਟਾਈਮ ਦੇ ਨਾਲ ਗ੍ਰਾਫ ਹੁੰਦਾ ਸਾਰਾ। ਇੱਥੇ ਵੀ ਤੁਸੀਂ ਟਾਈਮ ਲਿਖ ਦਿਓ। ਮੈਂ ਤੁਹਾਨੂੰ ਇੱਕ ਗੱਲ ਆਖੀ ਸੀ ਵੀ ਤੁਸੀਂ ਡਾਟਡ ਲਾਈਨ ਨਾਲ ਉੱਪਰ ਵਾਲੇ ਪੁਆਇੰਟਾਂ ਨੂੰ ਥੱਲੇ ਮਿਲਾ ਦਿਓ ਤਾਂ ਕਿ ਤੁਹਾਡੇ ਗ੍ਰਾਫ ਜਿਹੜੇ ਉਹ ਸਿਮੈਟ੍ਰਿਕ ਰਹਿਣ, ਤੁਹਾਡੇ ਗ੍ਰਾਫ 'ਚ ਪ੍ਰੋਬਲਮ ਨਾ ਆਵੇ। ਸੇਮ ਸਾਈਜ਼ ਦੇ ਹੋਣੇ ਚਾਹੀਦੇ ਸਾਰੇ, ਸਿਮੈਟਰੀ ਦੇ ਵਿੱਚ ਬਣਾਇਓ। ਸ਼ੇਅਰ ਬਣੋ ਜਲਦੀ ਸੇ। ਤਾਂ ਪਹਿਲਾ ਆਪਸ਼ਨ ਅਸੀਂ ਇਹ ਮੰਨਾਂਗੇ ਕਿ ਆ ਪੋਜ਼ਿਟਿਵ ਹਾਫ ਸਾਈਕਲ ਆ, ਇਹ ਪੋਜ਼ਿਟਿਵ ਆ। ਮਤਲਬ ਕਹਿਣ ਦਾ ਇਹ ਵੀ ਇਨਪੁਟ AC ਜਦੋਂ ਅਪਲਾਈ ਕੀਤੀ ਤਾਂ ਸਪੋਜ਼ ਕੀਤਾ ਆਪਾਂ ਵੀ ਟਰਮੀਨਲ A ਪੋਜ਼ਿਟਿਵ ਆ ਔਰ ਟਰਮੀਨਲ B ਨੈਗੇਟਿਵ ਆ। ਆਪਾਂ ਇਨੀਸ਼ੀਅਲੀ ਇਹ ਮੰਨਿਆ ਵੀ ਟਰਮੀਨਲ A ਪੋਜ਼ਿਟਿਵ ਆ ਔਰ B ਨੈਗੇਟਿਵ ਆ। ਇਦਾਂ ਹੀ ਮੈਂ ਉਦੋਂ ਦੱਸਿਆ ਸੀ ਵੀ ਸਪੋਜ਼ ਡਿਊਰਿੰਗ ਫਸਟ ਹਾਫ ਸਾਈਕਲ ਟਰਮੀਨਲ A ਇਜ਼ ਪੋਜ਼ਿਟਿਵ ਐਂਡ ਟਰਮੀਨਲ B ਇਜ਼ ਨੈਗੇਟਿਵ। ਮੰਨ ਲਓ ਵੀ ਇਨਪੁਟ AC ਦੀ ਪਹਿਲੇ ਹਾਫ ਸਾਈਕਲ ਦੇ ਵਿੱਚ ਜਿਹੜਾ ਟਰਮੀਨਲ A ਪੋਜ਼ਿਟਿਵ ਤੇ ਆ ਤੇ ਟਰਮੀਨਲ B ਨੈਗੇਟਿਵ ਤੇ। ਜਦੋਂ ਟਰਮੀਨਲ B ਨੈਗੇਟਿਵ ਤੇ ਆਇਆ, A ਪੋਜ਼ਿਟਿਵ ਤੇ ਆਇਆ, ਦੱਸੋ ਫਾਰਵਰਡ ਕਿਹੜਾ ਤੇ ਰਿਵਰਸ ਕਿਹੜਾ? ਜਲਦੀ ਬੋਲੋ। D1 ਡਾਇਓਡ ਫਾਰਵਰਡ ਹੋਇਆ ਜਾਂ ਰਿਵਰਸ ਹੋਇਆ? D1 ਡਾਇਓਡ ਫਾਰਵਰਡ। D1 P4 ਪੋਜ਼ਿਟਿਵ। ਯਾਦ ਹੋਊਗੀ ਇਹ ਗੱਲ ਤੁਹਾਨੂੰ, ਤੁਹਾਨੂੰ ਇਹ ਗੱਲ ਯਾਦ ਹੋਣੀ ਚਾਹੀਦੀ ਆ ਕਿ P ਸੈਕਸ਼ਨ ਨੂੰ ਮੈਂ ਪੋਜ਼ਿਟਿਵ ਨਾਲ ਜੋੜ ਦਿਆ, P4 ਪੋਜ਼ਿਟਿਵ N4 ਨੈਗੇਟਿਵ, ਆਟੋਮੈਟਿਕਲੀ ਅੰਡਰਸਟੂਡ। ਤੇ ਡਾਇਓਡ ਫਾਰਵਰਡ ਹੋ ਗਿਆ, D1 ਫਾਰਵਰਡ ਹੋ ਗਿਆ। ਤੇ ਇਦਾਂ ਹੀ P ਨੂੰ ਨੈਗੇਟਿਵ ਤੇ ਜੋੜਤਾ ਤੇ ਇਹ ਵਾਲਾ ਰਿਵਰਸ ਹੋ ਗਿਆ। D1 ਫਾਰਵਰਡ ਆ, D2 ਰਿਵਰਸ ਆ। ਕਰੰਟ ਕੌਣ ਚਲਾਊਗਾ? ਫਾਰਵਰਡ ਵਾਲਾ ਕਰੰਟ ਚਲਾਊਗਾ। ਲਓ ਜੀ, ਫਾਰਵਰਡ ਵਾਲੇ ਨੇ ਕਰੰਟ ਅਲਾਉ ਕਰਤਾ। ਮੈਂ ਬਲੂ ਕਲਰ ਨਾਲ ਕਰੰਟ ਬਣਾਤਾ। ਆ ਦੇਖੋ, ਇਹ ਕਰੰਟ ਮੇਰੇ ਕੋਲ ਇਦਾਂ ਆਇਆ। ਹੁਣ ਮੈਨੂੰ ਦੱਸੋ ਵੀ ਆਹ ਵਾਲਾ ਕਰੰਟ ਚਲਾ ਰਿਹਾ? ਇਹਦਾ ਮਤਲਬ ਜੇ ਉਦਾਂ ਜਾਂਦਾ ਕਰੰਟ ਤਾਂ ਇਹਦੇ ਦੋ ਹਿੱਸੇ ਹੋ ਜਾਣੇ ਸੀ, ਅੱਧਾ ਐਨੂੰ ਅੱਧਾ ਐਨੂੰ, ਤੇ ਇੱਧਰ ਨੂੰ ਜਾਂਦਾ। ਪਰ ਕਿਉਂਕਿ ਅੱਗੇ ਤੇ ਰੁਕਾਵਟ ਪਈ ਹੋਈ ਆ, ਠੀਕ ਆ, ਇੱਥੇ ਨਾਕਾ ਲੱਗਿਆ, ਪੁਲਿਸ ਵਾਲੇ ਕਹਿੰਦੇ ਆ ਵੀ ਐਨੂੰ ਨਾ ਜਾਓ ਇੱਧਰ, ਤਾਂ ਬਈ ਬੰਦ ਆ, ਰੋਡ ਨਹੀਂ ਚੱਲਦੀ। ਤਾਂ ਫਿਰ ਸਾਰਾ ਦਾ ਸਾਰਾ ਕਰੰਟ ਕਿਹਨੂੰ ਜਾਂਦਾ? ਟ੍ਰੈਫਿਕ ਵਾਲੇ ਐਂ ਮੋੜਦੇ ਹੁੰਦੇ ਨਾ ਟ੍ਰੈਫਿਕ ਨੂੰ
शहर च खड़ के है ना भी उधर धरना लग्या इधर नहीं जाना उधर ही चलो क्यों बई इधरले पासे तो धरना लग्या होया इधर वाला पासा रह गया कला ठीक है इस पासे करंट सारे का सारा कंडीशनली मुड़ जूगा ठीक है और राह है नहीं ये सारा करंट इनू मुड़ जूगा सीधा नहीं जाता हुण ये किधरों लंघिया लोड रजिस्टेंस चों ते लोड रजिस्टेंस का काम की है बई लोड रजिस्टेंस का काम ड्रॉप कराना लोड रजिस्टेंस का काम ड्रॉप कराना क्योंकि रुकावट वो पाउंदी है हुण समझ आ रही गल हुण तुसीं मैनूं सवाल भी करोगे सर रुकावट तो इन्हें भी पाई नहीं रुकावट इन्हें जरूर पाई पर आउटपुट थोड़ी दे रहा सन आउटपुट कित्थे मिल रही है आउटपुट इत्थे मिल रही है तो असीं ये देखनी है ठीक है पाई जावे रुकावट सानूं की लैण देना उहदे नाल असीं तो देखनी भी आउटपुट कित्थे मिली है तो आउटपुट सानूं इत्थे मिल रही है इस जगह ते तां करके और चो करंट लंघ रहा इन्हें रुकावट पाई नहीं सर्किट चो रुकावट इन्हें पाई है सारी आउटपुट जिद्दां दी इनपुट सी उहदे नाल दी मिल जाती है समझ आ रही गल लिख दो ये गल सपोज वर्किंग च लिखांगे सपोज ड्यूरिंग द फर्स्ट हाफ साइकिल सपोज वर्किंग आ बेटा यदि suppose during first half cycle of input AC suppose during first half cycle of input AC terminal A या point A करो point A is positive while point B is negative point A is positive while point B is negative A point positive और B negative हो गया point A is positive while point B is negative ठीक है क्यों भाई चलना आज हुण की होया लिख दो now हुण की होया डायोड D1 now डायोड D1 is in forward bias डायोड D1 फॉरवर्ड हो गया डायोड D1 is in forward bias diode D1 is in forward bias while diode D2 is in reverse bias while diode D2 इन्वर्टेड कॉमा चला दिया करो is in reverse diode D2 is in reverse bias D2 रिवर्स बायस हो गया कोई शक किसी तो D1 करंट अलाउ करूंगा D2 ब्लॉक करूंगा ठीक है लिख दो सो D1 अलाउस D1 ने करंट अलाउ किया D1 अलाउज करंट टू फ्लो थ्रू RL D1 ने करंट नू किधरों फ्लो करने वास्ते अलाउ किया D1 ने जिहड़ा करंट अलाउ किया वो करंट जांदा RL चों D1 अलाउज करंट टू फ्लो थ्रू RL दे विचों करंट अलाउ करता इन्हें फ्लो थ्रू RL जो RL चो करंट अलाउ करता तो जिन्नी इनपुट दोगे हुण इन्हें तो रुकावट पाई नहीं सारी दी सारी आउटपुट सानू RL दे अक्रॉस मिल गई लिख दो एंड द होल पोटेंशियल ड्रॉप्स across RL means the output voltage across RL is same as that of input output voltage across RL is same as input voltage कर दे output voltage across RL is same as input voltage जिद्दां दी इनपुट है उदां दी आउटपुट बनाती है चेक कर लो भाई ब्रैकेट च पा लो पॉजिटिव हाफ साइकिल ब्रैकेट च लिख लो पॉजिटिव हाफ साइकिल आउटपुट ठीक है या पॉजिटिव हाफ साइकिल ठीक है इनपुट पॉजिटिव हाफ साइकिल सी तो आउटपुट भी पॉजिटिव हाफ साइकिल आ गई कहानी क्लीयर है ये तो कोई शक वाली गल ही नहीं जे इनपुट पॉजिटिव तो आउटपुट भी पॉजिटिव रौला अगले च पैंदा
ਅਗਲੇ ਚ ਨੈਗੇਟਿਵ ਹਾਫ ਸਾਈਕਲ ਆ ਤਾਂ ਆਊਟਪੁੱਟ ਨੈਗੇਟਿਵ ਆਉਣ ਦੀ ਪੋਸੀਬਿਲਿਟੀ ਪਤਾ ਨਹੀਂ ਹੈ ਕਿ ਨਹੀਂ ਹੈ, ਉਹ ਆਪਾਂ ਪੜਾਂਗੇ। ਇੰਨੀ ਕਹਾਣੀ ਕਲੀਅਰ ਹੋ ਗਈ ਹਾਫ ਸਾਈਕਲ ਤੱਕ। ਇੱਕ ਹਾਫ ਸਾਈਕਲ ਦੇ ਵਿੱਚ ਜਿੱਦਾਂ ਦੀ ਇਨਪੁਟ ਸੀ ਉਦਾਂ ਦੀ ਆਊਟਪੁੱਟ ਮਿਲ ਗਈ, ਕਿਉਂਕਿ ਇਹਨੇ ਕਰੰਟ ਅਲਾਓ ਕਰਤਾ, ਕਰੰਟ ਜਦੋਂ ਚੱਲ ਗਿਆ ਕਰੰਟ ਇੱਥੇ ਡ੍ਰੌਪ ਹੋਇਆ, ਜਿੰਨੀ ਵੋਲਟੇਜ ਆਈ ਸਾਰੀ ਦੀ ਸਾਰੀ ਇੱਥੇ। ਜੇ ਵੋਲਟੇਜ ਜ਼ਿਆਦੀ ਸੀ ਤੇ ਜ਼ਿਆਦੀ ਡ੍ਰੌਪ ਹੋ ਗਈ, ਘੱਟ ਸੀ ਤੇ ਘੱਟ ਡ੍ਰੌਪ ਹੋਈ। ਔਰ ਆਪਾਂ ਦੇਖਿਆ ਵੋਲਟੇਜ ਹੈਗੀ ਵੇਰੀਏਬਲ, ਤਾਂ ਜੇ ਘੱਟ ਆ ਤੇ ਘੱਟ ਡ੍ਰੌਪ ਹੋ ਰਹੀ, ਵੱਧ ਆ ਤਾਂ ਵੱਧ ਡ੍ਰੌਪ ਹੋ ਰਹੀ ਹੈ, ਉਸ ਹਿਸਾਬ ਦੇ ਨਾਲ ਵਧੀ ਘਟੀ ਜਾਂਦੀ ਹੈ, ਪਰ ਇਨਪੁਟ ਦੇ ਬਰਾਬਰ ਆਊਟਪੁੱਟ ਆ ਗਈ। ਕਹਾਣੀ ਕਲੀਅਰ। ਚਲੋ ਨਵੀਂ ਲਾਈਨ ਤੋਂ ਐਰੋ ਲਾ ਕੇ ਲਿਖਿਆ ਸਪੋਜ਼ ਡਿਊਰਿੰਗ ਦ ਸੈਕੰਡ ਹਾਫ ਸਾਈਕਲ। ਨਵੀਂ ਲਾਈਨ ਤੋਂ ਐਰੋ ਚੇਂਜ ਕਰਿਓ, ਨਵੀਂ ਲਾਈਨ ਤੋਂ ਪੈਰਾ ਚੇਂਜ ਕਰ ਦਿਓ। ਸਪੋਜ਼ ਡਿਊਰਿੰਗ ਫਸਟ ਦੀ ਜਗ੍ਹਾ ਤੇ ਕੀ ਆ ਗਿਆ, ਸੈਕੰਡ। ਡਿਊਰਿੰਗ ਦਾ ਸੈਕੰਡ ਹਾਫ ਸਾਈਕਲ ਆਫ ਇਨਪੁਟ AC, ਡਿਊਰਿੰਗ ਦਾ ਸੈਕੰਡ ਹਾਫ ਸਾਈਕਲ ਆਫ ਇਨਪੁਟ AC, A ਕੀ ਹੋ ਗਿਆ, A becomes negative and B becomes positive. A becomes negative, कॉमा ला के लिख दो, कॉमा ला के लिख दो, A becomes positive, point A becomes positive, सॉरी गलत बोल रहे हैं, point A becomes negative and B becomes positive, point B becomes positive। ਹੁਣ ਡਾਇਓਡ ਕਿਹੜਾ ਫਾਰਵਰਡ ਹੋਇਆ ਦੱਸੋ, ਹੁਣ ਡਾਇਓਡ D2 ਫਾਰਵਰਡ ਹੋ ਗਿਆ, ਇੱਥੇ ਵੀ ਮੈਂ ਲਿਖ ਦੇਣਾ, ਆ ਇੱਥੇ ਲਿਖਤਾ ਮਾਈਨਸ ਔਰ ਇੱਥੇ ਲਿਖਤਾ ਮੈਂ ਪਲੱਸ, ਚੇਂਜ ਹੋ ਗਿਆ ਨਾ, ਹੁਣ ਪੋਲੈਰਿਟੀ ਬਦਲ ਗਈ। ਜਦੋਂ ਪੋਲੈਰਿਟੀ ਬਦਲ ਗਈ ਹੁਣ ਆ ਪੋਜ਼ਿਟਿਵ ਹੋ ਗਿਆ, ਆ ਨੈਗੇਟਿਵ ਹੋ ਗਿਆ, ਤੇ D2 ਫਾਰਵਰਡ ਹੋ ਗਿਆ, D1 ਰਿਵਰਸ ਹੋ ਗਿਆ, ਲਿਖ ਦਿਓ। ਸੋ ਡਾਇਓਡ D1 is in reverse bias, डायोड D1 रिवर्स हो गया, सो डायोड D1 is in reverse bias while D2 is in forward bias, while D2 is in forward bias। D1 रिवर्स हो गया तो D2 फॉरवर्ड हो गया, किसी ਨੂੰ शक, D1 रिवर्स बायस से D2 हो गया फॉरवर्ड बायस। पता लग रहा है कि नहीं लग रहा, ठीक है। D2 इज इन फॉरवर्ड बायस, तो D2 करंट अलाउ करूंगा और D2 का करंट किहनू जाऊगा, देखो पॉजिटिव है ना उन्हें, तो प्लस तो माइनस ही चलता करंट, तो करंट इधरों डॉटेड चलाता मैं, जिदा 4 के डॉट ला के एरो ला दी, प्लस तो चलिया, एक करंट डॉटेड चलायो और रास्ता है नहीं सी अगे जान नू, एनू मुड़ गया। ये गल सही है गलत, रास्ता है नहीं सी ऊपर जान नू, ऊपर तो ब्लॉक है ना, तर RL वाल नू मुड़ गया। देखो RL चो करंट लंघिया कि नहीं लंघिया, दसो बई, आवाज नहीं आई। RL चो करंट लंघिया कि नहीं लंघिया, RL चो करंट लंघ गया, RL चो करंट लंघ गया, डॉटेड करंट लाया, ये दूजी हाफ साइकिल का करंट आ। डायग्राम वड्डे बनाया करो, छोटे ना बनाया करो ज्यादा। मैं कई बार दसिया तुहानू, डायग्राम जिन्हें थोड़ा बहुत खराब बनाया स्क्रीनशॉट ला लियो, तो दोबारा सोहना डायग्राम वधिया डायग्राम बना लियो दोबारा वड्डा करके। डायग्राम छोटा नहीं होना चाहिए, लिखियो बई, लिख दो। सो द डायोड D2, डायोड D2 अलाउज करंट, अलाउ करदा करंट, डायोड D2 अलाउज करंट टू फ्लो थ्रू RL, डायोड D2 अलाउज करंट टू फ्लो थ्रू RL, RL चो करंट नू अलाउ करता, डायोड D2 अलाउज करंट टू फ्लो थ्रू RL, ते जदों RL दे विचों करंट फ्लो कीता पुੱਤ, डायोड D2 अलाउज करंट टू फ्लो थ्रू RL, RL चो करंट फ्लो करता, ਇਹਦਾ मतलब जिन्नी इनपुट होने इत्थे आ ਉਹ सारी आउटपुट। अच्छा मैनूं एक गल दस्सिओ, आउटपुट सेम आ गई, पर एक गल दस्सिओ भी RL दे विचों जिहड़ा करंट पिछली बार लंघिया ਉਹ इदां लंघिया ते ऐतकी बार भी सेम डायरेक्शन च लंघ रहा। जे करंट सेम डायरेक्शन च तो ड्रॉप सेम डायरेक्शन च ना होगा। ਇਹਦਾ मतलब की आ, ਇਹਦਾ मतलब ਇਹ ਆ ਵੀ ਦੂਜੀ ਹਾਫ ਸਾਈਕਲ ਤਾਂ ਨੈਗੇਟਿਵ ਸੀ, ਪਰ ਜਦੋਂ ਇੱਥੇ ਵੋਲਟੇਜ ਦਾ ਡ੍ਰੌਪ ਹੋਇਆ ਉਹ ਸੇਮ ਡਾਇਰੈਕਸ਼ਨ 'ਚ ਡ੍ਰੌਪ ਹੋ ਗਿਆ, ਮੀਨਸ ਦੁਬਾਰਾ ਪੋਜ਼ਿਟਿਵ ਹਾਫ ਸਾਈਕਲ ਮਿਲ ਗਈ ਮੈਨੂੰ। ਗੱਲ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ?
लिख दियो ये गल। D2 allows current to flow through RL and the whole potential drops across RL। सारे दा सारा पोटेंशियल RL दे अक्रॉस ड्रॉप हो गया। whole potential drops across RL। लिखता डॉट ला के लिखांगे सिंस, ये गल नवी एडिशनल है ਇਹਦੇ ਵਿੱਚ ਹੀ, ऐसे सेकंड वाला पैराग्राफ ਦਾ हिस्सा। since the current flows in same direction, since the current flows in same direction through RL, क्योंकि RL चो सेम डायरेक्शन च करंट चल रहा, since the current flows through RL in same direction, from right to left लिखना चाहो लिख लो, since the current flows in same direction through RL, so the output voltage will again be a positive half cycle। so the output voltage will again be a positive half cycle। output voltage दोबारा पॉजिटिव आ गई। output voltage will again be a positive half cycle। output voltage पहला नेगेटिव सी, पहला पॉजिटिव दी पॉजिटिव आ गई, हुण नेगेटिव दी नेगेटिव नहीं दोबारा पॉजिटिव आ गई, क्योंकि करंट सेम डायरेक्शन चल रहा, ड्रॉप भी सेम डायरेक्शन च होना। output voltage across RL will again be a positive half cycle। ठीक है ना बेटा। सो ऐसे प्रोसेस ਨੂੰ बार-बार रिपीट करांगे, नवा पैरा बना दियो, लिख दियो the above process is repeated again and again। the above process is repeated, above process is repeated again and again लो जी, यही प्रोसेस बार बार रिपीट होया। देखो डायग्राम च भी बार बार रिपीट होया है। मैंने दसो भी डीसी बन गई कि नहीं बन गई? नेगेटिव वोल्टेज आई किते, नेगेटिव चलिया किते पासे वोल्टेज, सारी दी सारी पॉजिटिव आ। जिद्दां दी इनपुट वोल्टेज सी, सुन लो इधर, जिन्ना वड्डा हाफ साइकिल आ सी उपर वाल नूं, उन्ना ही वड्डा बनाउणा। ये नीचे नूं सी अलग मैटर आ, तुसीं उपर नूं बना देना उन्ना। आ उपर वाल नूं ਉਹਦੇ ਨਾਲ ਦਾ बना दो, आ नीचे वाल नूं ਉਹਦੇ बराबर ਦਾ उपर ਚੱਕ दो। सारे दे सारे सेम साइज दे वड्डे होने चाहिए आ। ठीक है, एवें कचर मचर जी ना मार दो, वधिया डायग्राम बनाओ। तो की लिखे दा, वो प्रोसेस इज रिपीटेड अगेन एंड अगेन एंड a fluctuating DC, a fluctuating DC, a fluctuating DC with both rectified halves of each cycle। fluctuating DC with, ऐ करो both दी था ते all लिख लो, सौखा हो गया काम। fluctuating DC with all rectified halves is obtained। fluctuating DC with all rectified halves is obtained। हाँ जी, किसी भी बच्चे ਨੂੰ ਕੋਈ शक ਹੋਵੇ ਹਜੇ ਤੱਕ, ਉਹ ਬੱਚਾ ਆਪਣਾ ਸਵਾਲ ਕਰ ਸਕਦਾ। ਮੈਨੂੰ ਪੂਰੀ ਉਮੀਦ ਹੈ ਬੇਟਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛਾ ਸਮਝ ਆਇਆ। ਇਹ ਫੁੱਲ ਵੇਵ ਰੈਕਟੀਫਾਇਰ, ਹਾਫ ਵੇਵ ਰੈਕਟੀਫਾਇਰ, ਦੋ ਟੌਪਿਕ ਹੋ ਗਏ। ਇਹਦੇ ਵਿੱਚ ਜੇ ਕਿਸੇ ਨੂੰ ਕੋਈ ਦਿੱਕਤ ਆ ਬੇਟਾ ਪੁੱਛ ਲਓ। ਇਹਦੇ ਵਿੱਚ ਜੇ ਕਿਸੇ ਨੂੰ ਕੋਈ ਵੀ ਬੱਚੇ ਨੂੰ ਦਿੱਕਤ ਹੈ, ਉਹ ਬੱਚਾ ਆਪਣਾ ਸਵਾਲ ਕਰ ਸਕਦਾ। बोलो भाई, ओके। हाँ जी बेटा, देखो हाफ वेव रेक्टिफायर ते फुल वेव रेक्टिफायर, बेटे दो रेक्टिफायर असीं कीते और दोनों च साडी जिहड़ी आउटपुट डीसी सी दैट वाज फ्लक्चुएटिंग। वो डीसी फ्लक्चुएटिंग डीसी मैनूं मिल रही सी। और फ्लक्चुएटिंग डीसी नूं जे रेगूलेट करना होवे, तो मैं कल भी गल कीती सी तुहाडे नाल, तां फिर असीं कोई स्पैसिफिक सर्किट यूज करांगे। तां वो स्पैसिफिक सर्किट साडे हैगे फिल्टर सर्किट्स। filter circuits to regulate the fluctuating DC, this is the topic। fluctuating DC ਨੂੰ regulate ਕਰਨਾ ਤਾਂ filter circuit use ਕਰਾਂਗੇ। ਤੇ filter circuit ਦੋ ਆ,
ठीक है, दोनों मैं डायग्राम दे नाल समझा देना तुहानू, बहुत ईजी है, मुश्किल नहीं, ठीक है, बड़ी आसानी नाल समझ आ जाएगी। तो पहला नंबर 1 हैगा सीरीज इंडक्टर फिल्टर। पहला फिल्टर हैगा सीरीज इंडक्टर ते दूसरा होगा शंट कैपेसिटर फिल्टर। मतलब एक च इंडक्टर लाउणा यानी कि कॉइल लाउणी है, एक च कैपेसिटर लाउणा, ठीक है ना। इन्हां दोनों दे नाल दो तरीके दे आंसर। और साडा टारगेट की है, डीसी नू फ्लक्चुएट करन तो घटाउणा, ਉਹਨੂੰ ਰੈਗੂਲੇਟ ਕਰਨਾ। मतलब ਉਹਦੇ ਫਲਕਚੁਏਸ਼ਨ ਜਿਹੜੇ ਇਦਾਂ ਇਦਾਂ, ਦੇਖੋ ਆ ਪੋਜ਼ਿਟਿਵ ਵਾਲੀ ਜ਼ੀਰੋ ਵਾਲੀ ਲਾਈਨ ਸੀ, ਇਹਦੇ ਉੱਪਰ ਹੀ ਇਦਾਂ ਇਦਾਂ ਕਰੀ ਜਾਂਦੀ ਸੀ, ਆਪਾਂ ਉਹਨੂੰ ਖਤਮ ਕਰਨਾ, ਬਸ ਆ ਸਾਡਾ ਟਾਰਗੇਟ ਆ। ਠੀਕ ਆ, ਤਾਂ ਬੇਟਾ ਸੀਰੀਜ਼ ਇੰਡਕਟਰ ਫਿਲਟਰ ਇਹ ਸਾਡਾ ਟੌਪਿਕ ਆ। ਔਰ ਇਸ ਟੌਪਿਕ ਦੇ ਵਿੱਚ ਮੈਂ ਕੀ ਕਰੂੰਗਾ, ਮੈਂ ਇੱਕ ਡਾਇਗਰਾਮ ਡਰਾ ਕਰੂੰਗਾ, ਧਿਆਨ ਨਾਲ ਸੁਣ ਲਿਓ। ਕੱਲ ਵਾਲਾ ਹੀ ਡਾਇਗਰਾਮ ਆ, ਨਵਾਂ ਕੋਈ ਨਹੀਂ, ਸ਼ਾਇਦ ਤੁਹਾਨੂੰ ਯਾਦ ਹੋਵੇ। ਆ ਮੇਰੇ ਕੋਲੇ ਇੱਕ ਟਰਾਂਸਫਾਰਮਰ ਜਿਹੜਾ ਕਿ ਸਟੈਪ डाउन सीगा, ਤੁਹਾਨੂੰ ਸਾਰਿਆਂ ਨੂੰ ਯਾਦ ਆ ਨਾ, ਉਹੀ ਡਾਇਗਰਾਮ ਆ, ਨਵਾਂ ਕੁਝ ਨਹੀਂ। ਠੀਕ ਆ, ਇੱਥੇ ਇਨਪੁਟ ਏਸੀ ਲਾਈ ਸੀ, ਆ ਏਸੀ ਆ ਸੱਪ ਜਿਹਾ ਬਣਾ ਦਿਓ, ਇਨਪੁਟ ਏਸੀ, ਦੋ ਡਾਇਓਡ ਲੱਗੇ ਸੀ ਬੇਟੇ। ਡਾਇਗਰਾਮ ਦੇ ਵਿੱਚ ਕੋਈ ਏਡਾ ਚੇਂਜ ਹੈ ਨਹੀਂ, ਠੀਕ ਆ। ਇਸ ਤੋਂ ਅੱਗੇ ਚੇਂਜ ਆ, ਆਪਾਂ ਡਾਇਰੈਕਟ ਆਊਟਪੁੱਟ ਲੈ ਰਹੇ ਸੀ, ਉਹ ਤਾਂ ਸਾਡਾ ਸੀਗਾ ਫੁੱਲ ਵੇਵ ਰੈਕਟੀਫਾਇਰ। ਉਸ ਡਾਇਰੈਕਟ ਆਊਟਪੁੱਟ ਦੀ ਬਜਾਏ ਆਪਾਂ ਆਊਟਪੁੱਟ ਕਿਸੇ ਹੋਰ ਲੈਨੇ ਆ। ਕਿੱਥੇ, ਧਿਆਨ ਨਾਲ ਸੁਣ ਲਿਓ। ਆਹ ਸਰਕਿਟ ਮੇਰਾ ਹੋ ਗਿਆ, ਇਹਨਾਂ ਤਾਂ ਕੱਲ ਵੀ ਬਣਾਇਆ ਸੀ। ਫਿਰ ਆਪਾਂ ਲੋਡ ਰੈਜ਼ਿਸਟੈਂਸ RL ਲਗਾਈ ਸੀ, ਇੱਥੇ ਲੋਡ ਰੈਜ਼ਿਸਟੈਂਸ RL ਲਗਾਈ ਸੀ, ਤੁਹਾਨੂੰ ਯਾਦ ਹੋਊਗਾ, ਲੋਡ ਰੈਜ਼ਿਸਟੈਂਸ RL ਲਗਾਈ ਸੀ। ਓਕੇ, ਹੁਣ RL ਦੇ ਅਕ੍ਰੋਸ ਹੀ ਆਪਾਂ ਦੁਬਾਰਾ ਆਊਟਪੁੱਟ ਲੈਣੀ ਹੈ, ਕੋਈ ਨਵਾਂ ਕੰਮ ਨਹੀਂ ਕਰਨਾ। ਬਟ ਉਹਦੇ ਰਸਤੇ 'ਚ ਸੀਰੀਜ਼ ਦੇ ਵਿੱਚ, ਸੀਰੀਜ਼ ਕੰਬੀਨੇਸ਼ਨ 'ਚ ਇੱਕ ਇੰਡਕਟਰ ਲਗਾ ਦਾਂਗੇ। ਸੀਰੀਜ਼ ਕੰਬੀਨੇਸ਼ਨ 'ਚ ਕੀ ਲਗਾ ਦਾਂਗੇ, ਇੱਕ ਇੰਡਕਟਰ। ਔਰ ਉਹ ਇੰਡਕਟਰ ਕੀ ਕੰਮ ਕਰੂਗਾ, ਇੰਡਕਟਰ ਤੁਹਾਨੂੰ ਸਾਰਿਆਂ ਨੂੰ ਪਤਾ ਬਈ ਜਿਹੜੀ AC ਆ ਉਹਨੂੰ ਬਲੌਕ ਕਰਦਾ, ਉਹ DC ਨੂੰ ਲੰਘਣ ਦਿੰਦਾ। AC ਨੂੰ ਬਲੌਕ ਕਰਦਾ DC, ਯਾਨੀ ਕਿ ਹਾਈ ਫ੍ਰੀਕੁਐਂਸੀ ਨੂੰ ਬਲੌਕ ਕਰਦਾ ਏ। ਬਸ ਆਪਾਂ ਉਹਨੂੰ ਬਲੌਕ ਕਰਾਉਣਾ, ਰੋਕਣਾ ਆਪਾਂ ਉਹਨੂੰ, ਠੀਕ ਆ, ਹੋਰ ਕੁਝ ਨਹੀਂ ਕਰਨਾ। ਤਾਂ ਬੇਟਾ ਇਹਦੇ ਵਿੱਚ ਮੈਂ ਕੀ ਕਰੂੰਗਾ, ਇੱਥੇ ਹੁਣ ਐਸੀ ਸਰਕਿਟ ਨੂੰ ਉੱਪਰ ਅੱਗੇ ਲੈ ਗਿਆ, ਉੱਥੋਂ ਵੀ ਲਿਜਾਇਆ ਜਾ ਸਕਦਾ, ਇੱਥੋਂ ਵੀ ਲਿਜਾਇਆ ਜਾ ਸਕਦਾ, ਗੱਲ ਇੱਕੋ ਹੀ ਹੈ। ਠੀਕ ਆ, ਇਸੇ ਲਾਈਨ ਨੂੰ ਮੈਂ ਅੱਗੇ ਲਿਜਾ ਕੇ ਇਹਦੇ ਵਿੱਚ ਇੱਕ ਇੰਡਕਟਰ, ਆ ਕੋਇਲ ਲਗਾਤੀ, ਲਗਾ ਦੋ, ਔਰ ਇੱਕ ਰੈਜ਼ਿਸਟੈਂਸ ਜਿਹੜੀ ਕਿ ਲੋਡ ਰੈਜ਼ਿਸਟੈਂਸ ਕੱਲ ਸੀਗੀ, ਐਂਡ ਇਟ ਇਜ਼ ਸੈਂਟਰਲੀ ਟੈਪਡ। ਇਹਨੂੰ ਫਿਰ ਇਹਦੇ ਨਾਲ ਕੋਇਲ ਦੇ ਨਾਲ ਸੈਂਟਰ ਦੇ ਵਿੱਚ ਜੋੜਤਾ। ਆ ਉੱਪਰ ਦੀ ਬਲਾਵਾ ਪਾ ਕੇ ਕੱਢਿਆ, ਇਹਦੇ ਨਾਲ ਟੱਚ ਨਹੀਂ ਕਰ ਰਹੀ, ਇਹਨੂੰ ਇੱਥੇ ਜੋੜਤਾ। ਕੱਲ ਵੀ ਇਦਾਂ ਹੀ ਜੋੜਿਆ ਸੀ, ਅੱਜ ਵੀ ਜੋੜਤਾ। ਇਹ RL ਯਾਨੀ ਕਿ ਲੋਡ ਰੈਜ਼ਿਸਟੈਂਸ RL, ਔਰ ਆ ਇੰਡਕਟਰ L, ਇਹਦੇ ਅਕ੍ਰੋਸ ਮੈਂ ਆਊਟਪੁੱਟ ਲੈਣੀ ਆ ਇੱਥੇ। ਐਂਡ ਦਿਸ ਇਜ਼ ਅ ਰੈਗੂਲੇਟਡ ਆਊਟਪੁੱਟ DC। ਇੱਥੇ ਮਿਲੂਗੀ ਮੈਨੂੰ ਰੈਗੂਲੇਟਡ ਆਊਟਪੁੱਟ DC, ਰੈਗੂਲੇਟਡ ਆਊਟਪੁੱਟ DC ਇੱਥੇ ਮਿਲੂਗੀ ਮੈਨੂੰ। ਮਤਲਬ ਕੱਲ ਵਾਲੇ ਡਾਇਗਰਾਮ 'ਚ ਕੀ ਚੇਂਜ ਆਇਆ ਪਤਾ ਲੱਗਿਆ ਤੁਹਾਨੂੰ? ਮੈਂ ਲੋਡ ਰੈਜ਼ਿਸਟੈਂਸ RL ਦੇ ਨਾਲ ਸੀਰੀਜ਼ ਦੇ ਵਿੱਚ ਇੱਕ L ਲਗਾਤਾ, ਹੋਰ ਕੁਝ ਨਹੀਂ ਕਰਿਆ ਮੈਂ। ਠੀਕ ਆ, ਇਹਨੂੰ ਬੋਲਦੇ ਸੀਰੀਜ਼ ਇੰਡਕਟਰ ਫਿਲਟਰ। ਲਿਖਿਓ as we know, ਲਿਖਿਓ as we know the reactance of inductor L, ਇੰਡਕਟਰ L ਦੀ ਰਿਐਕਟੈਂਸ, ਆ ਡਾਇਓਡ D1 ਲਿਖ ਲਓ, ਕੱਲ ਵਾਂਗੂ ਹੀ ਇਸ ਡਾਇਓਡ ਨੂੰ D2 ਲਿਖ ਲਓ। ਵਰਕਿੰਗ ਅਸੀਂ ਕੱਲ ਸਮਝਾ ਚੁੱਕੇ ਹਾਂ, ਉਹੀ ਆ, ਕੋਈ ਨਵਾਂ ਨਹੀਂ। ਫੁੱਲ ਵੇਵ ਰੈਕਟੀਫਾਇਰ ਤੇ ਲਾਇਆ ਮੈਂ, ਹਾਫ ਵੇਵ ਤੇ ਵੀ ਇਦਾਂ ਹੀ ਲੱਗੂਗਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਜਿੱਤੇ ਮਰਜ਼ੀ ਲਾ ਦਿਓ। ਠੀਕ ਆ, ਰਿਐਕਟੈਂਸ ਕਿੰਨੀ ਹੁੰਦੀ ਆ ਪੜਾਈ ਹੋਈ ਆ ਤੁਹਾਨੂੰ, ਔਰ AC ਵਾਲੇ ਚੈਪਟਰ ਦਾ ਤੁਹਾਡਾ ਟੈਸਟ ਵੀ ਹੈ ਸ਼ਾਇਦ, ਹੈ ਨਾ, ਤਾਂ ਤੁਹਾਨੂੰ ਪਤਾ ਹੀ ਹੋਊਗਾ। ਰਿਐਕਟੈਂਸ XL is equal to omega L, ਯਾਦ ਆ ਸਾਰਿਆਂ ਨੂੰ? ਕਿਉਂ ਬਈ, ਉਹ ਯਾਦ ਹੈ ਕਿ ਨਹੀਂ ਹੈ? ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕਿਆ। ਹੁਣ ਜੇ ਫ੍ਰੀਕੁਐਂਸੀ ਜ਼ਿਆਦਾ ਤਾਂ XL ਵੀ ਜ਼ਿਆਦਾ। ਤਾਂ ਜਦੋਂ ਦੇਖੋ, ਜਦੋਂ ਫਲਕਚੁਏਟਿੰਗ DC ਆਈ, ਉਹ ਫਲਕਚੁਏਟਿੰਗ DC ਇਦਾਂ ਆ ਰਹੀ ਹੈ, ਤਾਂ ਹਾਈ ਫ੍ਰੀਕੁਐਂਸੀ ਹੈ। ਹਾਈ ਫ੍ਰੀਕੁਐਂਸੀ ਸਿਗਨਲ ਜਦੋਂ ਇੱਥੇ ਐਂਟਰ ਕਰਦਾ ਹੈ, ਹਾਈ ਫ੍ਰੀਕੁਐਂਸੀ ਸਿਗਨਲ ਜਿਹੜਾ ਉਹਨੂੰ ਬਲੌਕ ਕਰ ਦਿੰਦਾ।
सिर्फ लो फ्रिक्वेंसी टप्पण दिंदा। मतलब कहण दा ਇਹ ਵੀ ਬਹੁਤ ਜ਼ਿਆਦਾ ਫਲਕਚੁਏਸ਼ਨ ਆ ਉਹਨਾਂ ਨੂੰ ਇਹ ਰੈਗੂਲੇਟ ਕਰ ਦਿੰਦਾ। ਇੱਥੇ ਹਾਈ ਫ੍ਰੀਕੁਐਂਸੀ ਨੂੰ ਇਹ ਬਲੌਕ ਕਰਦਾ ਤੇ ਸਾਡੀ ਆਊਟਪੁੱਟ ਸਿਰਫ ਤੇ ਸਿਰਫ ਠੀਕ ਆ ਘੱਟ ਫ੍ਰੀਕੁਐਂਸੀ ਹੈ ਯਾਨੀ ਕਿ ਰੈਗੂਲੇਟਡ ਡੀਸੀ ਦੀ ਆ ਜਾਂਦੀ ਹੈ। ਇਹ ਗੱਲ ਲਿਖ ਸਕਦੇ ਆ। ਸੋ ਇਟ ਬਲੌਕਸ ਹਾਈ ਫ੍ਰੀਕੁਐਂਸੀ AC ਕੰਪੋਨੈਂਟ। ਸੋ it blocks high frequency AC component, high frequency AC components ਨੂੰ ਇਹ ਬਲੌਕ ਕਰਦਾ। high frequency AC components to pass through it। ਇਹ ਆਪਣੇ ਵਿੱਚੋਂ ਲੰਘਣ ਵਾਲੇ ਹਾਈ ਫ੍ਰੀਕੁਐਂਸੀ ਨੂੰ ਬਲੌਕ ਕਰਦਾ ਤੇ ਅਲਾਉ ਕਿਹਨੂੰ ਕਰਦਾ ਐਂਡ ਅਲਾਉਜ਼ ਦ ਲੋ ਫ੍ਰੀਕੁਐਂਸੀ ਕੰਪੋਨੈਂਟ। ਇਹਦੇ ਨਾਲ ਹੀ ਲਿਖ ਦਿਓ ਐਂਡ ਅਲਾਉਜ਼ ਦ ਲੋ ਫ੍ਰੀਕੁਐਂਸੀ ਕੰਪੋਨੈਂਟ ਯਾਨੀ ਕਿ DC। समझ आ रही गल? DC ਨੂੰ ਅਲਾਉ ਕਰ ਦਿੰਦਾ, ਆਊਟਪੁੱਟ ਸਾਰੀ RL ਦੇ ਅਕ੍ਰੋਸ ਮਿਲ ਜਾਂਦੀ ਰੈਗੂਲੇਟਡ DC। ਆਨਸਰ ਆ ਗਿਆ ਤੁਹਾਡਾ, ਇੰਨੀ ਗੱਲ ਲਿਖਣੀ। ਸੋ a regulated DC voltage is obtained across RL। so या as a result लिख लो, as a result a regulated DC is obtained across RL as output। A regulated DC is obtained across RL as output। output ਦੇ across ਠੀਕ ਹੈ regulated DC ਮਿਲ ਜਾਂਦੀ ਹੈ। ਕਹਾਣੀ ਸਮਝ ਆਉਂਦੀ ਕਿ ਨਹੀਂ ਆਉਂਦੀ? ਓਕੇ ਸਰ ਰਿਪੀਟ ਕਰਿਓ। as a result a regulated DC, ਆ ਕਿਹੜੀ DC ਮਿਲੀ ਹੈ regulated DC is obtained across RL as output। is obtained across RL as output। output ਦੇ ਤੌਰ ਤੇ ਇੱਥੇ regulated DC ਮਿਲਦੀ ਹੈ। ਕੋਈ ਸ਼ੱਕ ਕਿਸੇ ਨੂੰ? ਬੋਲੋ ਬਈ, ਸੌਖਾ ਨਾ? No sir। ਚਲੋ ਏਦਾਂ ਹੀ ਸ਼ੰਟ ਕਪੈਸਿਟਰ ਫਿਲਟਰ ਵੀ ਨਾਲ ਹੀ ਕਰ ਲਓ ਫਿਰ, ਹੁਣ ਲੱਗੇ ਤਾਂ ਹੈ ਹੀ ਆ। ਨੰਬਰ 2 ਲਿਖੋ ਸ਼ੰਟ ਕਪੈਸਿਟਰ ਫਿਲਟਰ। ਸ਼ੰਟ ਦਾ ਮਤਲਬ ਹੁੰਦਾ ਪੈਰਲਲ ਲੱਗਣਾ, ਇਹ ਗੱਲ ਤੁਹਾਨੂੰ ਪਹਿਲਾਂ ਪੜ੍ਹਾ ਚੁੱਕਿਆ ਮੈਂ। ਨੰਬਰ 2 ਪਾ ਲਿਓ ਬੇਟਾ ਸ਼ੰਟ ਕਪੈਸਿਟਰ। ਦੇਖੋ ਗੱਲ ਨਾ ਨਾਮ ਨਾਲ ਹੀ ਕਲੀਅਰ ਹੋ ਜਾਂਦੀ ਆ। ਸੀਰੀਜ਼ ਇੰਡਕਟਰ ਯਾਨੀ ਕਿ ਇੰਡਕਟਰ ਯਾਨੀ ਕਿ ਕੋਇਲ ਨੂੰ ਸੀਰੀਜ਼ ਚਲਾਇਆ RL ਦੇ ਨਾਲ। ਸ਼ੰਟ ਕਪੈਸਿਟਰ ਯਾਨੀ ਕਿ RL ਦੇ ਪੈਰਲਲ ਕਪੈਸਿਟਰ ਨੂੰ ਲਾ ਦਿਓ। ਦੇਖੋ ਕਿੰਨੀ ਘੈਂਟ ਗੱਲ ਆ, ਜਿੰਨਾ ਨਾਮ ਲਿਖਿਆ ਨਾਮ ਦੇ ਨਾਲ ਹੀ ਸਾਨੂੰ ਕਲੀਅਰ ਹੋ ਗਿਆ ਵੀ ਕਰਨਾ ਕੀ ਆ। ਬਾਕੀ ਸਾਰਾ ਸਰਕਟ ਸੇਮ ਬਣਾ ਲਓ, ਬਾਕੀ ਸਾਰਾ ਸਰਕਟ ਸੇਮ ਬਣਾ ਲਓ। ਔਰ ਸਿਰਫ ਤੇ ਸਿਰਫ ਇੱਕ ਚੀਜ਼ ਅਸੀਂ ਐਡ ਕਰਨੀ ਹੈ, ਉਹ ਕਪੈਸਿਟਰ ਆ। ਇਹਨੂੰ ਡਾਇਗਰਾਮ ਨੂੰ ਥੋੜਾ ਜਿਹਾ ਮੈਂ ਚੇਂਜ ਕਰਕੇ ਇਧਰ ਨੂੰ ਕਰ ਦੇਣਾ ਤਾਂ ਕਿ ਪਰਲੇ ਪਾਸੇ ਸਾਡੇ ਕੋਲ ਜਗ੍ਹਾ ਜ਼ਿਆਦੀ ਹੋਵੇ। ਆਹ ਤਾਰ ਇਹਦੇ ਨਾਲ ਜੁੜੀ ਨਹੀਂ ਗੀ, ਧਿਆਨ ਰੱਖਿਓ, ਇਹਦੇ ਉੱਪਰ ਦੀ ਲੰਘਾਈ ਆ ਠੀਕ ਹੈ। ਔਰ ਇਸ ਜਗ੍ਹਾ ਤੇ ਮੈਂ ਕਪੈਸਿਟਰ ਲਗਾਤਾ, ਕਪੈਸਿਟਰ ਪੈਰਲਲ ਲਾਇਆ RL ਦੇ C। ਕਪੈਸਿਟਰ ਦੇਖੋ ਕਪੈਸਿਟਰ ਦੀ ਵੀ ਇੰਡਕਟੈਂਸ ਹੁੰਦੀ ਆ, ਤੁਹਾਨੂੰ ਰਿਐਕਟੈਂਸ ਹੁੰਦੀ ਆ, ਪੜਾਇਆ ਹੋਇਆ ਤੁਹਾਨੂੰ। ਜਿੱਦਾਂ ਇਹਦੀ ਓਮੇਗਾ L ਹੁੰਦੀ ਉਹਦੀ 1/ω C ਯਾਦ ਆ। XL is equal to omega L, XC is equal to 1/ω C। ਜਿਹਨੂੰ 4th ਯੂਨਿਟ ਦੇ ਵਿੱਚ AC ਵਾਲਾ ਚੈਪਟਰ ਆਉਂਦਾ ਉਹ ਬੜੀ ਆਸਾਨੀ ਨਾਲ ਇਹਨੂੰ ਕਰੂਗਾ। ਤਾਂ ਇੱਥੇ ਰੈਗੂਲੇਟਡ DC। ਹੁਣ ਦੇਖੋ ਹੁਣ ਬਲੌਕ ਕੀ ਕਰਦਾ ਕਪੈਸਿਟਰ, ਬਣਾ ਲਓ ਡਾਇਗਰਾਮ ਜਲਦੀ ਕਰੋ ਜਲਦੀ ਜੀ, ਧਿਆਨ ਨਾਲ ਦੇਖਿਓ ਬੇਟਾ। ਦੇਖੋ ਉਹੀ ਚੀਜ਼ ਆ ਜਿਹੜੀ ਅੱਗੇ ਸੀ ਠੀਕ ਆ। ਹੁਣ ਦੇਖੋ ਇਹਨੇ ਜਦੋਂ ਕਰੰਟ ਅਲਾਉ ਕਰਨਾ ਜਾਂ ਇਹਨੇ ਨਹੀਂ ਕਰਨਾ ਕਰੰਟ, ਏਦਾਂ ਹੀ ਇੱਧਰ ਆ। ਜੇ ਇਹਨੇ ਨਹੀਂ ਕੀਤਾ ਤਾਂ ਫਿਰ ਇਹਨੇ ਚਲਾ ਦੇਣਾ, ਕਰੰਟ ਤਾਂ ਇੱਧਰ ਜਾਊਗਾ ਹੀ ਜਾਊਗਾ ਨਾ ਹਰ ਵਾਰੀ। ਜੇ ਇਹਨੇ ਬਲੌਕ ਕੀਤਾ ਤਾਂ ਇਹਦਾ ਕਰੰਟ ਇੱਧਰ ਦੀ ਲੰਘ ਜਾਊਗਾ, ਜੇ ਇਹਨੇ ਬਲੌਕ ਕੀਤਾ ਤਾਂ ਫਿਰ ਇਹਦਾ ਕਰੰਟ ਇੱਧਰ ਨੂੰ ਜਾਊਗਾ, ਜਾਣਾ ਹੈ ਹੀ ਆ। ਦੋਨੋਂ ਹੱਥ ਦੇ ਵਿੱਚ ਕਰੰਟ ਜਾਂਦਾ। ਕਲੀਅਰ ਆ? ਇਹ ਫੁੱਲ ਵੇਵ ਰੈਕਟੀਫਾਇਰ ਚ ਹੁਣ ਆ ਕਪੈਸਿਟਰ ਦੇ ਪੈਰਲਲ ਲਗਾਤਾ, ਆਊਟਪੁੱਟ RL ਦੇ ਅਕ੍ਰੋਸ ਹੀ ਲੈ ਰਹੇ ਆ। ਕਪੈਸਿਟਰ ਕੰਮ ਕੀ ਕਰਦਾ ਲਿਖਿਓ, ਐਜ਼ ਵੀ ਨੋ ਦਾ ਰਿਐਕਟੈਂਸ ਆਫ ਕਪੈਸਿਟਰ ਸਾਨੂੰ ਪਤਾ is
ਇਹ ਹੁੰਦੀ ਹੈ XC is equal to 1 upon omega C, XC is equal to 1 upon 2 pi FC। ਹੁਣ ਮੈਨੂੰ ਦੱਸੋ ਵੀ ਜੇ ਫ੍ਰੀਕੁਐਂਸੀ ਜ਼ਿਆਦਾ ਤਾਂ XC ਘੱਟ। ਤੁਹਾਨੂੰ ਇੱਕ ਕੁਐਸਚਨ ਵੀ ਕਰਵਾਇਆ ਸੀ, ਸ਼ਾਇਦ ਯਾਦ ਹੋਵੇ, ਗ੍ਰਾਫ ਬਣਵਾਇਆ ਸੀ ਵੀ ਜੇ ਜ਼ਿਆਦਾ ਫ੍ਰੀਕੁਐਂਸੀ ਆ ਉਹਦੇ ਵਾਸਤੇ XC ਘੱਟ ਫ੍ਰੀਕੁਐਂਸੀ ਵਾਸਤੇ XC ਜ਼ਿਆਦਾ। ਰੈਜ਼ਿਸਟੈਂਸ ਹੈ ਇੱਕ ਹਿਸਾਬ ਦੀ, ਐ ਕਹ ਲਓ ਇਫੈਕਟਿਵ ਰੈਜ਼ਿਸਟੈਂਸ ਆ AC ਦੀ, ਇਸ ਸਰਕਟ ਦੀ AC ਦੇ ਅਗੇਂਸਟ, ਇਹਦੀ ਕੈਪੈਸਿਟਰ ਦੀ ਜਾਂ DC ਦੇ ਕਰੰਟ ਦੇ ਅਗੇਂਸਟ। ਹੁਣ ਜੇ ਫ੍ਰੀਕੁਐਂਸੀ ਜ਼ਿਆਦਾ ਫ੍ਰੀਕੁਐਂਸੀ AC ਦੀ ਹੁੰਦੀ ਆ ਤਾਂ ਰਿਐਕਟੈਂਸ ਘੱਟ, ਫ੍ਰੀਕੁਐਂਸੀ ਘੱਟ ਤਾਂ ਰਿਐਕਟੈਂਸ ਜ਼ਿਆਦਾ। ਹੁਣ DC ਦੀ ਫ੍ਰੀਕੁਐਂਸੀ ਹੁੰਦੀ ਨਹੀਂ, DC ਤਾਂ ਜੇ ਜੈਨੂਇਨ DC ਦੇਖਿਓ ਤਾਂ 0 ਫ੍ਰੀਕੁਐਂਸੀ ਦੀ ਹੁੰਦੀ ਆ, ਉਹ ਸਿੱਧੀ ਹੁੰਦੀ ਆ। ਤੇ ਜੇ ਉਹਦੀ ਫ੍ਰੀਕੁਐਂਸੀ ਨਹੀਂ ਹੁੰਦੀ, 0 ਆ, ਤਾਂ ਰਿਐਕਟੈਂਸ ਇਨਫਿਨਿਟੀ ਹੋ ਜੂ, ਮਤਲਬ ਇਹ ਬਲੌਕ ਕਰੂ, DC ਨੂੰ ਬਲੌਕ ਕਰੂਗਾ। ਜਦੋਂ DC ਨੂੰ ਇਹਨੇ ਰੋਕਤਾ, ਇੱਧਰ ਟੱਪਣ ਨਹੀਂ ਦਿੱਤਾ, ਤਾਂ ਫਿਰ DC ਸਿੱਧੀ ਜਾਊਗੀ ਔਰ ਇਹਦੇ ਵਿੱਚੋਂ ਲੰਘ ਕੇ ਜਾਊਗੀ। ਉਹੀ ਆਪਾਂ ਨੂੰ ਚਾਹੀਦਾ ਸੀ, ਆਪਾਂ ਆਊਟਪੁੱਟ ਉੱਥੇ ਲੈਣੀ ਹੈ ਨਾ, DC ਲੈਣੀ ਆ, ਤਾਂ DC ਕੰਪੋਨੈਂਟ ਤਾਂ ਇਹਨੂੰ ਚਲੇ ਜਾਊਗਾ। ਦਿਸ ਇਜ਼ ਦ ਵੇ ਆਫ DC ਕੰਪੋਨੈਂਟ, DC ਕੰਪੋਨੈਂਟ ਤਾਂ ਇਹਨੂੰ ਚਲੇ ਜਾਊਗਾ। ਸਮਝ ਆ ਰਹੀ ਗੱਲ? ਔਰ AC ਕੰਪੋਨੈਂਟ ਜਿਹੜਾ ਉਹ ਇਹਦੇ ਵਿੱਚੋਂ ਦੀ ਲੰਘ ਜਾਊਗਾ। AC ਕੰਪੋਨੈਂਟ, AC ਕੰਪੋਨੈਂਟ ਜਿਹੜਾ ਆ ਉਹ ਇਹਦੇ ਵਿੱਚੋਂ ਦੀ ਲੰਘ ਜਾਊ। ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ? AC ਕੰਪੋਨੈਂਟ ਇਹ ਚੋਂ ਲੰਘਾ ਕੇ ਬਾਈਪਾਸ ਕਰ ਦਿੰਦਾ, ਇੱਧਰ ਵੱਲ ਨੂੰ, ਇੱਧਰ ਲੰਘਾ ਦਿੰਦਾ। ਉਹ RLL ਨੂੰ ਜਾਣ ਹੀ ਨਹੀਂ ਦਿੰਦਾ, ਬਾਹਰੋਂ ਬਾਹਰ ਹੀ ਟਪਾਤਾ। ਜਿੱਦਾਂ ਕਈ ਵਾਰ ਸ਼ਹਿਰ 'ਚ ਟ੍ਰੈਫਿਕ ਜਾਣ ਦੀ ਬਜਾਏ ਬਾਹਰੋਂ ਬਾਹਰ ਬਾਈਪਾਸ ਕਰ ਦਿੰਦੇ ਨਾ, ਤਾਂ ਸ਼ਹਿਰ ਆ, ਸ਼ਹਿਰ 'ਚ ਟ੍ਰੈਫਿਕ ਕਿਹੜਾ ਗਿਆ? ਇਕੱਲਾ DC ਦਾ। ਤਾਂ DC ਤੇ ਇੱਥੇ ਪਹੁੰਚੀ, ਪਰ AC ਯਾਨੀ ਕਿ ਜ਼ਿਆਦੀ ਫ੍ਰੀਕੁਐਂਸੀ ਵਾਲਾ ਕੰਪੋਨੈਂਟ ਸਿੱਧਾ ਟੱਪ ਗਿਆ। ਜਿਹਦੀ ਫ੍ਰੀਕੁਐਂਸੀ ਜ਼ਿਆਦੀ, ਉਹਦੇ ਵਾਸਤੇ XC ਘੱਟ, ਮਤਲਬ ਇਹਨੇ ਟੱਪਣ ਨਹੀਂ ਦਿੱਤਾ। DC ਕੰਪੋਨੈਂਟ ਕਹਿੰਦਾ ਉਧਰ ਨੂੰ ਚੱਲ, ਇਹਨੇ ਟੱਪਣ ਨਹੀਂ ਦਿੱਤਾ, AC ਨੂੰ ਲੰਘਾਤਾ, ਕਿਉਂਕਿ ਇਹ ਬਲੌਕ ਕਰਦਾ, AC ਨੂੰ ਅਲਾਉ ਕਰਦਾ ਤੇ DC ਨੂੰ ਬਲੌਕ ਕਰਦਾ। ਲਿਖ ਦਿਓ ਇਹ ਗੱਲ। ਸੋ the shunt capacitor blocks the DC component and allows and bypasses the AC component। इधर लिख दिया, and bypasses the AC component। हाई फ्रिक्वेंसी ਦਾ ਨਾ AC ਕੰਪੋਨੈਂਟ ਆਫ ਹਾਈ ਫ੍ਰੀਕੁਐਂਸੀ ਕਰ ਲਓ, ਆਫ ਹਾਈ ਫ੍ਰੀਕੁਐਂਸੀ। ਹਾਈ ਫ੍ਰੀਕੁਐਂਸੀ ਦੇ AC ਕੰਪੋਨੈਂਟ ਨੇ ਬਾਈਪਾਸ ਕਰਤਾ, DC ਕੰਪੋਨੈਂਟ ਨੇ ਬਲੌਕ ਕਰਤਾ, ਤੇ DC ਕੰਪੋਨੈਂਟ RL ਚੋਂ ਲੰਘੂਗਾ ਤਾਂ ਉੱਥੇ ਜਾ ਕੇ ਉਹਦੇ ਆਊਟਪੁੱਟ ਮਿਲ ਜੂਗੀ। ਲਿਖ ਦਿਓ, as a result the DC component passes through RL, ठीक है, and it drops as output and drops across it, and ऐ करो, and regulated, वही सिंपल लैंग्वेज ही लिखांगे ਆਪਾਂ, regulated DC voltage is obtained as output। across RL। ਲਓ ਜੀ, ਆ ਸਾਡੀ ਸਟੋਰੀ ਜਿਹੜੀ ਆ ਇਹ ਦੋਨੋਂ ਕੰਪਲੀਟ ਹੋ ਗਈਆਂ। ਸੀਰੀਜ਼ ਇੰਡਕਟਰ ਐਂਡ ਸ਼ੰਟ ਕੈਪੈਸਿਟਰ ਫਿਲਟਰ। ਇਹ ਫਿਲਟਰ ਸਰਕਟ ਜਿਹੜੀ ਫਲਕਚੁਏਸ਼ਨਸ ਆ ਉਹਨਾਂ ਨੂੰ ਕੰਟਰੋਲ ਕਰਦੇ ਆ। ਜਿਹੜੀਆਂ ਫਲਕਚੁਏਸ਼ਨ ਜ਼ਿਆਦੀਆਂ ਸੀ ਉਹ DC ਰੈਗੂਲੇਟ ਕਰਤੀ ਇਹਨਾਂ ਨੇ। ਹਾਂਜੀ, ਕਿਸੇ ਨੂੰ ਕੋਈ ਸ਼ੱਕ ਹੋਵੇ ਪੁੱਛ ਸਕਦਾ, ਬੋਲੋ ਬਈ।